आगे धरी विशेष। श्री सतगुर तिह समय मैं कंगा करत सो केश। गरीब नवाज अंतरजामी सच्चे पातशाह सुखां दे सागर दासां गरीबां सिखां सेवकां सारियां दा भला करन वाले, दया करन वाले, रहमतां बख्शिशां करन वाले, हजूर जहरा जहूर सरब कला भरपूर, दासां गरीबां सिखां सेवकां दी इज्जत पत रखण वाले, सदा ही सहाई, सदा ही मेहरबान, सदा ही दयालु, सदा ही कृपालु, धन धन सच्चे पातशाह गरीब नवाज सतगुरु जी, धन धन श्री गुरु ग्रंथ साहिब जी महाराज, धन धन श्री गुरु ग्रंथ साहिब जी महाराज। सतगुरु जी दी पवित्र पावन हजूरी दे विच सुभाएमान गुरु जी दी प्यारी साध संगत जीओ, सतगुरु जी ने किरपा कीती है, बख्शिश कीती है। ਆਪਾਂ ਸਾਰਿਆਂ ਨੂੰ ਆਪਣੀ ਹਾਜ਼ਰੀ ਵਿੱਚ ਬੈਠਣ ਦਾ ਮੌਕਾ ਬਖਸ਼ਿਸ਼ ਕੀਤਾ ਹੈ। ਜਿੱਥੇ ਆਪ ਜੀ ਸਭ ਸੰਗਤਾਂ ਗੁਰੂ ਜੀ ਦੇ ਚਰਨਾਂ ਵਿੱਚ ਬੈਠੇ ਹੋ, ਉੱਥੇ ਵਿਸ਼ੇਸ਼ ਕਰਕੇ ਭਾਈ ਗੁਰਵਿੰਦਰ ਸਿੰਘ ਜੀ ਇਟਲੀ ਤੋਂ, ਜੋ ਕਿ ਇਟਲੀ ਵਿੱਚ ਬੈਠ ਕੇ ਸਾਹਿਬ ਜੀ ਦੀ ਪਾਵਨ ਪਵਿੱਤਰ ਕਥਾ ਇਸ ਅਸਥਾਨ ਦੇ ਨਾਲ ਜੁੜੇ ਹਨ, ਉਹ ਵੀ ਆਏ ਹਨ। ਉਹਨਾਂ ਨੂੰ ਵੀ ਜੀ ਆਇਆਂ ਨੂੰ ਜੀ। आओ बड़े प्यार नाल सारियां संगतां दोवें हथ जोड़ के गज के सारी संगत फतेह बुलाइए जी। वाहिगुरु जी का खालसा वाहिगुरु जी की फतेह। धन धन अंतरजामी सतगुरु गरीब नवाज सच्चे पातशाह श्री गुरु गोबिंद सिंह साहब जी की पावन पवित्र कथा, सतगुरां की महान कथा आपां सारे बड़े प्यार नाल ਅੱਜ ਕੱਲ੍ਹ ਸਰਵਣ ਕਰ ਰਹੇ ਹਾਂ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਭੰਗਾਣੀ ਦਾ ਜੰਗ ਕੀਤਾ ਜੀ। ਉਸ ਭੰਗਾਣੀ ਦੇ ਜੰਗ ਦੀ ਕਥਾ ਆਪ ਦੀ ਸੰਗਤਾਂ ਨੇ ਬੜੇ ਹੀ ਪਿਆਰ ਨਾਲ ਸਰਵਣ ਕੀਤੀ ਹੈ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਦੋ ਭਰਾ ਬਾਬਾ ਸੰਗੋ ਸ਼ਾਹ ਜੀ ਅਤੇ ਬਾਬਾ ਜੀਤ ਮੱਲ ਜੀ ਇਸ ਜੰਗ ਵਿੱਚ ਸ਼ਹੀਦ ਹੁੰਦੇ ਹਨ। ਪੀਰ ਬੁੱਧੂ ਸ਼ਾਹ ਜੀ ਦੇ ਦੋ ਪੁੱਤਰ ਇਸ ਜੰਗ ਵਿੱਚ ਸ਼ਹੀਦ ਹੁੰਦੇ ਹਨ। ਹੋਰ ਵੀ ਕਈ ਗੁਰਸਿੱਖ ਇਸ ਜੰਗ ਵਿੱਚ ਸਾਧ ਸੰਗਤ ਜੀ ਸ਼ਹੀਦ ਹੋਏ ਹਨ। ਸੋ ਆਪ ਜੀ ਨੇ ਜੰਗ ਦੀ ਸਾਰੀ ਕਥਾ ਸਰਵਣ ਕੀਤੀ। ਅਗਲੇ ਦਿਨ ਕਿਉਂਕਿ ਜੰਗ ਕਰਕੇ ਮਹਾਰਾਜ ਉਸ ਰਾਤ ਪਾਉਂਟਾ ਸਾਹਿਬ ਆ ਗਏ। ਅਗਲੇ ਦਿਨ ਦੀ ਸਵੇਰ ਹੋਈ ਜੀ। ਗੁਰਸਿੱਖਾਂ ਨੇ ਆਪਣਾ ਨਿਤਨੇਮ ਕੀਤਾ, ਭਜਨ ਬੰਦਗੀ ਕੀਤੀ ਤੇ ਸਾਰੇ ਦੀਵਾਨ ਸਥਾਨ ਉੱਤੇ ਪਹੁੰਚਣ ਲੱਗ ਪਏ ਜੀ। ਪੀਰ ਬੁੱਧੂ ਸ਼ਾਹ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਗਿਆ ਲੈਣ ਵਾਸਤੇ ਗਏ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਪੀਰ ਜੀ ਨੂੰ ਪੁੱਛਦੇ ਆ, ਪੀਰ ਜੀ ਤੁਹਾਡੇ ਦੋ ਪੁੱਤ ਸ਼ਹੀਦ ਹੋ ਗਏ ਆ, ਕੋਈ ਅਫਸੋਸ ਤੇ ਨਹੀਂ ਹੈਗਾ? ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਗੁਰੂ ਸਾਹਿਬ ਘੜਾ ਟਣਕਾ ਕੇ ਵੇਖਦੇ ਰਹਿੰਦੇ ਵੀ ਇਹਦੀ ਅਵਸਥਾ ਕਿੰਨੀ ਕੁ ਬਣ ਗਈ ਹੈ। ਪੀਰ ਜੀ ਕੋਈ ਅਫਸੋਸ ਤਾਂ ਨਹੀਂ ਹੈਗਾ, ਦੋ ਪੁੱਤ ਸ਼ਹੀਦ ਹੋ ਗਏ ਆ? ਪੀਰ ਬੁੱਧੂ ਸ਼ਾਹ ਜੀ ਨੇ ਹੱਥ ਜੋੜੇ ਜੀ। ਸੱਚੇ ਪਾਤਸ਼ਾਹ ਮਹਾਰਾਜ ਅਫਸੋਸ ਕਾਹਦਾ ਹੋਣਾ, ਮੇਰੇ ਪੁੱਤਰਾਂ ਨੇ ਮਰਨਾ ਤੇ ਉਂਝ ਵੀ ਸੀਗਾ ਜੀ, ਉੱਦਾਂ ਕਿਹੜਾ ਨਹੀਂ ਸੀ ਮਰਨਾ। ਹੁਣ ਉਹ ਜੰਗ ਭੂਮੀ ਵਿੱਚ ਸ਼ਹੀਦ ਹੋਏ ਆ, ਇੱਕ ਤੁਹਾਡੀ ਖੁਸ਼ੀ ਲੈ ਲਈ ਸੱਚੇ ਪਾਤਸ਼ਾਹ ਉਹਨਾਂ ਨੇ। ਮੇਰੇ ਪੁੱਤਰ ਤੇ ਮੇਰੇ ਚੇਲੇ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੀ ਜ਼ਿੰਦਗੀ ਸਫਲ ਕਰ ਲਈ ਹੈ ਜੀ। ਕਈ ਵਾਰੀ ਮੌਤ ਇਹੋ ਜਿਹੀ ਆ ਜਾਂਦੀ ਵੀ ਬੰਦੇ ਦੀ ਜ਼ਿੰਦਗੀ ਸਫਲ ਹੋ ਜਾਂਦੀ ਹੈ। ਮੌਤ ਇਹੋ ਜਿਹੀ ਆ ਜਾਂਦੀ ਹੈ, ਆਉਣਾ ਜਾਣਾ ਬੰਦੇ ਦਾ ਸਾਰਾ ਕੁਝ ਹੀ ਸਫਲ ਹੋ ਜਾਂਦਾ ਜੀ। ਸੋ ਆਪ ਜੀ ਨੇ ਬੜੇ ਹੀ ਪਿਆਰ ਨਾਲ ਇਹ ਸਾਰਾ ਪ੍ਰਸੰਗ ਸੁਣਿਆ। ਮਹਾਰਾਜ ਕਹਿਣ ਲੱਗੇ, ਪੀਰ ਜੀ ਤੁਸੀਂ ਸੱਚ ਦੇ ਪੀਰ ਜੇ। ਪੀਰ ਜੀ ਦੀ ਅਵਸਥਾ ਵੱਡੀ ਦੱਸਣ ਵਾਸਤੇ ਮਹਾਰਾਜ ਕਹਿੰਦੇ, ਵੇਖੋ ਮੇਰੇ ਦੋ ਭਰਾ ਸ਼ਹੀਦ ਹੋਏ ਆ, ਮੈਨੂੰ ਦੁੱਖ ਹੈਗਾ ਹੈ। ਪੀਰ ਜੀ ਕਹਿੰਦੇ, ਨਹੀਂ ਮਹਾਰਾਜ, ਇਹ ਤਾਂ ਸਾਰੀ ਤੁਹਾਡੀ ਆਪਣੀ ਖੇਡ ਹੈਗੀ ਹੈ। ਜਿਵੇਂ ਤੁਸੀਂ ਚਾਹੁੰਦੇ ਹੋ ਸੱਚੇ ਪਾਤਸ਼ਾਹ ਹੋਣਾ ਤੇ ਉਸੇ ਤਰ੍ਹਾਂ ਹੀ ਹੈ। ਆਖੋ ਸ੍ਰੀ ਵਾਹਿਗੁਰੂ। ਸੋ ਹੁਣ ਪੀਰ ਜੀ ਨੇ ਬੜੀ ਨਿਮਰਤਾ ਨਾਲ, ਬੜੇ ਪਿਆਰ ਨਾਲ
ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਪੀਰ ਜੀ ਛੁੱਟੀ ਮੰਗਣ ਲੱਗੇ ਨੇ ਜੀ। ਹੁਣ ਮਹਾਰਾਜ ਮੈਨੂੰ ਆਗਿਆ ਬਖਸ਼ੋ, ਖੁਸ਼ਾ ਬਖਸ਼ਿਸ਼ ਕਰੋ। ਇਹਦੇ ਤੋਂ ਅੱਗੇ ਪ੍ਰਸੰਗ ਜਿਹੜਾ ਹੈ ਉਹ ਥੋੜ੍ਹਾ ਜਿਹਾ ਪ੍ਰਸੰਗ ਪਿਛਲਾ ਰਹਿ ਗਿਆ ਸੀ, ਪਹਿਲਾਂ ਉਹ ਫਿਰ ਅਗਲਾ ਪ੍ਰਸੰਗ ਜੀ। ਬੜੇ ਹੀ ਪਿਆਰ ਨਾਲ ਸਾਰੀ ਸੰਗਤ ਦੋਵੇਂ ਹੱਥ ਜੋੜੋ, ਪਿਆਰ ਨਾਲ ਕਹੋ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਮਹਾਰਾਜ। ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਸਤਿਗੁਰੂ ਤੇ ਸਮੇਂ ਮੈਂ ਕੰਗਾ ਕਰਤ ਸੋ ਕੇਸ਼। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਬੈਠੇ ਨੇ ਤੇ ਪੀਰ ਜੀ ਮਹਾਰਾਜ ਦੇ ਲਾਗੇ ਹੱਥ ਜੋੜ ਕੇ ਖਲੋਤੇ ਹਨ ਜੀ। ਤੇ ਗੁਰੂ ਸਾਹਿਬ ਨਾ ਉਸ ਸਮੇਂ ਕੰਗਾ ਕਰ ਰਹੇ ਨੇ ਆਪਣੇ ਕੇਸਾਂ ਵਿੱਚ ਜੀ। ਚੇਤਾ ਰੱਖਿਓ, ਕਈ ਵਾਰੀ ਇਹੋ ਜਿਹੇ ਸਮੇਂ ਆਪਾਂ ਹਰ ਇੱਕ ਦੇ ਸਾਹਮਣੇ ਤਾਂ ਨਹੀਂ ਆਪਣੇ ਕੇਸ ਵਾਹੁੰਦੇ ਜੀ। ਹਾਂਜੀ, ਜਿਹੜੇ ਪਰਿਵਾਰ ਦੇ ਜੀ ਹੁੰਦੇ ਆ, ਜਿਹੜੇ ਖਾਸ ਜੀ ਹੁੰਦੇ ਆ, ਉਹਨਾਂ ਦੇ ਸਾਹਮਣੇ ਬੰਦਾ ਕੇਸ ਵਾਹ ਲੈਂਦਾ ਜੀ। ਦੂਜਿਆਂ ਦੇ ਸਾਹਮਣੇ ਤੇ ਸਿੱਖ ਨੂੰ ਹੁਕਮ ਹੈਗਾ ਵੀ ਗੁਰੂ ਕਾ ਸਿੱਖ ਬਾਹਰ ਸੂਰਜ ਦੇ ਸਾਹਮਣੇ ਨੰਗੇ ਸਿਰ ਨਾ ਜਾਵੇ। ਇਹ ਰਹਿਤਨਾਮਿਆਂ ਦੇ ਬਚਨ ਨੇ। ਕਈ ਵਾਰੀ ਆਪਾਂ ਕੇਸ ਹਰੇ ਕਰਨ ਲਈ ਸਾਧ ਸੰਗਤ ਜੀ ਸੂਰਜ ਦੇ ਸਾਹਮਣੇ ਬੜੀ ਟੌਰ ਕੱਢ ਕੇ ਬੈਠੇ ਹੁੰਦੇ ਆ, ਨੰਗੇ ਸਿਰ ਹੀ ਬੈਠੇ ਹੁੰਦੇ ਆ। ਨਹੀਂ, ਸਿਰ ਉੱਤੇ ਕੇਸ ਕੀ ਰੱਖੋ, ਉਦੋਂ ਛੋਟੀ ਦਸਤਾਰ ਰੱਖ ਲਓ। ਸਿੱਖ ਨੰਗੇ ਸਿਰ ਸੂਰਜ ਭਾਵ ਬਾਹਰ ਨਹੀਂ ਜਾਣਾ ਚਾਹੀਦਾ। ਆਪਣੇ ਘਰੋਂ ਬਾਹਰ ਸਿੱਖ ਨੰਗੇ ਸਿਰ ਨਾ ਜਾਵੇ ਜੀ, ਇਹ ਮਰਿਆਦਾ ਹੈ। ਹੁਣ ਮਹਾਰਾਜ ਕੰਗਾ ਕਰ ਰਹੇ ਨੇ ਜੀ। ਤੁਸੀਂ ਅੰਦਾਜ਼ਾ ਲਾਓ ਵੀ ਪੀਰ ਬੁੱਧੂ ਸ਼ਾਹ ਜੀ ਕਿੰਨੇ ਖਾਸ ਨੇ ਮਹਾਰਾਜ ਦੇ ਜੀ, ਜਿਹੜੇ ਉਸ ਸਮੇਂ ਮਹਾਰਾਜ ਦੇ ਲਾਗੇ ਨੇ ਜੀ। ਕਹਿੰਦੇ ਜਦੋਂ ਪੀਰ ਜੀ ਮਹਾਰਾਜ ਨਾਲ ਬਚਨ ਕਰ ਰਹੇ ਸੀ ਨਾ, ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਕੇਸ ਵਾਹ ਰਹੇ ਸੀ, ਆਪਣੇ ਕੇਸਾਂ ਵਿੱਚ ਕੰਗਾ ਕਰ ਰਹੇ ਸੀ। ਇੱਥੋਂ ਮੈਂ ਇੱਕ ਬੇਨਤੀ ਕਰਾਂ, ਪ੍ਰਸੰਗ ਵੀ ਅੱਗੇ ਤੋਰਨਾ, ਪਰ ਇੱਕ ਚਲੋ ਬੇਨਤੀ ਕਰ ਦਿੰਦਾ ਹੈ। 2 ਟਾਈਮ ਹਰ ਸਿੱਖ ਨੂੰ ਸਤਿਗੁਰੂ ਜੀ ਦਾ ਹੁਕਮ ਹੈ ਕਿ 2 ਸਮੇਂ ਸਿਰ ਵਿੱਚ ਕੰਗਾ ਜ਼ਰੂਰ ਫੇਰੇ ਜੀ। ਆਪਾਂ ਆਮ ਠੇਠ ਆਪਣੀ ਪੰਜਾਬੀ ਬੋਲੀ 'ਚ ਕਹਿੰਦੇ ਵਾਲ ਵਾਹੁਣੇ। ਹਾਂਜੀ, ਗੁਰਮਤਿ ਵਿੱਚ ਇਹ ਕਿਹਾ ਜਾਂਦਾ ਕੇਸਾਂ ਨੂੰ ਕੰਗਾ ਕਰਨਾ ਜੀ, ਵੀ 2 ਸਮੇਂ ਕੰਗਾ ਕਰੇ, ਕਰਨਾ ਵੀ ਚਾਹੀਦਾ। ਇੱਕ ਸਵੇਰ ਸਮੇਂ ਜਦੋਂ ਦਸਤਾਰ ਸਜਾਉਣੀ ਹੈ, ਇੱਕ ਸ਼ਾਮ ਸਮੇਂ। ਕਿਉਂ? ਇਹ ਸਤਿਗੁਰੂ ਜੀ ਨੇ ਮਹਾਰਾਜ ਦੇ ਰਹਿਤਨਾਮਿਆਂ 'ਚ ਲਿਖਿਆ। ਮੈਂ ਇੱਕ ਭਾਵਨਾ ਵਾਲੇ ਗੁਰਸਿੱਖ ਨੂੰ ਸਾਧ ਸੰਗਤ ਜੀ ਸਰਵਣ ਕਰ ਰਿਹਾ ਸਾਂ। ਉਹ ਕਹਿੰਦੇ, ਸਿੰਘੋ, ਜਦੋਂ ਤੁਸੀਂ ਆਪਣੇ ਸਿਰ 'ਚ ਕੰਗਾ ਕਰ ਰਹੇ ਹੁੰਦੇ ਹੋ, ਤੁਹਾਡੇ ਸਿਰ 'ਚ ਕੰਗਾ ਨਹੀਂ ਫਿਰ ਰਿਹਾ ਹੁੰਦਾ, ਬਾਜਾਂ ਵਾਲੇ ਸਤਿਗੁਰਾਂ ਦਾ ਹੱਥ ਫਿਰ ਰਿਹਾ ਹੁੰਦਾ ਹੈ। ਮਹਾਰਾਜ ਦਾ ਹੱਥ ਤੁਹਾਡੇ ਸਿਰ ਵਿੱਚ ਉਦੋਂ ਫਿਰ ਰਿਹਾ ਹੁੰਦਾ ਜੀ। ਤੇ ਕਿੱਡੀ ਵੱਡੀ ਨਿਆਮਤ ਹੈਗੀ ਹੈ ਸਾਧ ਸੰਗਤ ਜੀ। ਇਹ ਕੰਗਾ ਛੋਟੀ ਨਿਆਮਤ ਥੋੜ੍ਹੀ ਹੈ, ਇਹ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ। ਤੇ ਕੰਗਾ ਹਮੇਸ਼ਾ ਗੁਰੂ ਕਾ ਸਿੱਖ ਲੱਕੜ ਦਾ ਵਰਤੇ ਸਾਧ ਸੰਗਤ ਜੀ। ਪਲਾਸਟਿਕ ਦਾ ਕੰਗਾ ਸਿਰ ਵਿੱਚ ਨਹੀਂ ਰੱਖਣਾ, ਲੱਕੜ ਦਾ ਕੰਗਾ ਸਿਰ ਵਿੱਚ ਰੱਖਣਾ। ਇਹ ਵੀ ਮਹਾਰਾਜ ਦੀ ਮਰਿਆਦਾ ਹੈ। ਕਿਉਂ ਜੀ? ਸਾਧ ਸੰਗਤ ਜੀ, ਮੰਨ ਲਓ ਜਿਹੜਾ ਲੱਕੜ ਦਾ ਕੰਗਾ ਸਿਰ ਵਿੱਚ ਰੱਖਦਾ, ਮੈਂ ਸਾਇੰਸਦਾਨਾਂ ਦੀ ਰਿਪੋਰਟ ਪੜ੍ਹ ਰਿਹਾ ਸਾਂ, ਉਹਦੇ ਵਿੱਚ ਲਿਖਿਆ ਸੀ ਵੀ ਉਹਦੇ ਸਿਰ ਨੂੰ ਕਦੀ ਕੈਂਸਰ ਨਹੀਂ ਹੁੰਦਾ ਜੀ। ਮਹਾਰਾਜ ਦੀਆਂ ਬਖਸ਼ਿਸ਼ਾਂ ਨੇ ਸਾਧ ਸੰਗਤ ਜੀ। ਸੋ ਸਤਿਗੁਰੂ ਜੀ ਆਪ ਕੰਗਾ ਕਰ ਰਹੇ ਨੇ। ਦਾਸ ਚੁਣੀ, ਦਾਸ ਚੁਣੀ ਦਸਤਾਰ ਸ਼ੁਭ, ਆਗੇ ਧਰੀ ਵਿਸ਼ੇਸ਼। ਤੇ ਗੁਰੂ ਕੇ ਸਿੱਖ ਨੇ ਨਾ ਦਸਤਾਰ ਚੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਰੱਖੀ। ਦਸਤਾਰ ਚੁਣਨੀ ਕੀ ਹੁੰਦੀ ਜੀ? ਹਾਂਜੀ, ਜਦੋਂ ਦਸਤਾਰ ਨੂੰ ਖੋਲ੍ਹ ਕੇ
ਦੁਬਾਰਾ ਪੁਣੀ ਕਰੀਦੀ ਹੈ, ਉਹਨੂੰ ਇੰਜ ਕਹਿ ਲਈਦਾ ਵੀ ਚੁਣੀ ਹੈ ਜੀ ਇਹ। ਹਾਂਜੀ, ਉਹ ਮਹਾਰਾਜ ਦੇ ਸਾਹਮਣੇ ਰੱਖੀ ਸੀਗੀ ਜੀ ਦਸਤਾਰ। ਹਾਂਜੀ, ਬੁੱਧੂ ਸ਼ਾਹ ਸੁਨੀਜੀਏ ਧਨ ਆਦਿਕ ਵਥ ਜੋਏ, ਚਿਰੰਕਾਲ ਨਹਿ ਰਹਿਤ ਹੈ ਖਰਚੀ ਜੈ ਹੈ ਸੋਏ। ਮਹਾਰਾਜ ਕਹਿਣ ਲੱਗੇ ਬੁੱਧੂ ਸ਼ਾਹ ਜੀ ਤੁਹਾਨੂੰ ਕੀ ਦਈਏ, ਨਾਲ ਹੀ ਆਪ ਬਚਨ ਵੀ ਕਰਤਾ। ਕਹਿਣ ਲੱਗੇ ਜੇ ਤੁਹਾਨੂੰ ਮਾਇਆ ਦਈਏ ਤੇ ਮਾਇਆ ਤੇ ਬਹੁਤਾ ਸਮਾਂ ਨਹੀਂ ਰਹਿੰਦੀ ਜੀ, ਖਰਚੀਏ ਤੇ ਮੁੱਕ ਜਾਂਦੀ ਹੈ। ਮਹਾਰਾਜ ਕਹਿਣ ਲੱਗੇ ਹਾਂਜੀ, ਬਹੁਤ ਪੁਸ਼ਤ ਕੇ ਕਾਮ ਕੋ ਆਵਹਿ ਵਸਤ ਉਦਾਰ। ਪੀਰ ਜੀ ਸਾਡਾ ਜੀ ਕਰਦਾ ਤੁਹਾਨੂੰ ਉਹ ਵਸਤੂ ਦਈਏ ਜਿਹੜੀਆਂ ਤੁਹਾਡੀਆਂ ਪੁਸ਼ਤਾਂ ਤੱਕ ਤੁਹਾਡੇ ਕੋਲ ਰਵੇ, ਤੁਹਾਡੇ ਖਾਨਦਾਨ ਕੋਲ ਰਵੇ ਉਹ ਵਸਤੂ। ਹਾਂਜੀ, ਸੋ ਬਖਸ਼ੈ ਹੈ ਅਬ ਤੋਹੇ ਕਉ ਰਖੀਐ ਆਪ ਸੰਭਾਲ। ਸਤਿਗੁਰੂ ਕਹਿਣ ਲੱਗੇ ਪੀਰ ਜੀ ਹੁਣ ਤੁਹਾਨੂੰ ਉਹ ਵਸਤੂ ਦੇਣ ਲੱਗੇ ਆ ਜਿਹੜੀਆਂ ਪੁਸ਼ਤਾਂ ਤੱਕ ਤੁਹਾਡੇ ਨਾਲ ਰਹੇਗੀ, ਸਾਡੀ ਉਹ ਵਸਤੂ ਸਾਂਭ ਕੇ ਰੱਖਿਓ। ਹਾਂਜੀ, ਇਮ ਕਹਿ ਗਹਿ ਦਸਤਾਰ ਕਉ ਸ਼ੁਭ ਕਕਰੇਜੀ ਰੰਗ। ਹਾਂਜੀ, ਕੰਗਾ ਸਹਿਤ ਸੋ ਕੇਸ ਹੀ ਗਹੀ ਕਰਦ ਤਿਨ ਸੰਗ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਨੇ 3 ਵਸਤੂਆਂ ਦਿੱਤੀਆਂ ਜੀ। ਸਭ ਤੋਂ ਪਹਿਲਾਂ ਤੇ ਸੱਚੇ ਪਾਤਸ਼ਾਹ ਜੀ ਨੇ ਉਹ ਕੰਘਾ ਜਿਹੜਾ ਆਪਣੇ ਕੇਸਾਂ ਵਿੱਚ ਕਰ ਰਹੇ ਸੀ ਨਾ, ਉਹਦੇ ਵਿੱਚ ਸਤਿਗੁਰਾਂ ਦੇ ਮੁਬਾਰਕ ਕੇਸ ਸੀਗੇ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਪੀਰ ਜੀ ਝੋਲੀ ਕਰੋ। ਪੀਰ ਜੀ ਨੇ ਝੋਲੀ ਕੀਤੀ, ਸਤਿਗੁਰਾਂ ਨੇ ਸਣੇ ਕੇਸਾਂ ਦੇ ਉਹ ਕੰਘਾ ਪੀਰ ਜੀ ਦੀ ਝੋਲੀ ਵਿੱਚ ਪਾ ਦਿੱਤਾ ਜੀ। ਚੇਤਾ ਰੱਖਿਓ ਪੁੱਤ ਮਰਵਾ ਕੇ ਉਹ ਕੇਸ ਲੈ ਰਿਹਾ ਗੁਰੂ ਕਾ ਪਿਆਰਾ ਪੀਰ ਬੁੱਧੂ ਸ਼ਾਹ। ਕੰਘਾ ਸਣੇ ਕੇਸਾਂ ਦੇ, ਸਾਧ ਸੰਗਤ ਜੀ ਐਡਾ ਕੋ ਕੰਘਾ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਜੀ ਦੀ ਝੋਲੀ ਵਿੱਚ ਪਾਤਾ ਜੀ। ਜਿਹੜੀ ਦਸਤਾਰ ਚੁਣ ਕੇ ਰੱਖੀ ਸੀ ਨਾ ਗੁਰੂ ਕੇ ਸਿੱਖ ਨੇ, ਮਹਾਰਾਜ ਨੇ ਉਹ ਵੀ ਪੀਰ ਜੀ ਦੀ ਝੋਲੀ ਵਿੱਚ ਪਾ ਦਿੱਤੀ ਜੀ। ਇੱਕ ਛੋਟੀ ਕਿਰਪਾਨ ਉਹ ਵੀ ਮਹਾਰਾਜ ਨੇ ਪੀਰ ਜੀ ਦੀ ਝੋਲੀ ਵਿੱਚ ਪਾ ਦਿੱਤੀ ਜੀ। ਬਾਹਰੀ ਤੌਰ ਤੇ ਲੋਕ ਕਹਿਣਗੇ ਲੈ ਇਹ ਕੰਘੇ ਦਾ ਕੀ ਮੁੱਲ ਹੈਗਾ ਜੀ, ਪਰ ਨਹੀਂ ਗੁਰਮੁਖੋ, ਪਤਾ ਨਹੀਂ ਇਸ ਕੰਘੇ ਵਿੱਚ ਕਿਹੜੀਆਂ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਜੀ ਨੇ ਪਾ ਕੇ ਦਿੱਤੀਆਂ ਜੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਸੁਭਾਏਮਾਨ ਹੈ, ਅਨੰਦਪੁਰ ਸਾਹਿਬ ਜਾਓ, ਜਾ ਕੇ ਦਰਸ਼ਨ ਕਰੋ ਜੀ। ਉਹ ਜਿਹੜੀ ਦਸਤਾਰ ਹੈ ਨਾ ਜੀ ਉਹ ਵੀ ਉੱਥੇ ਸੁਭਾਏਮਾਨ ਹੈ ਜੀ। ਤੇ ਤੀਜਾ ਦੱਸਦੇ ਆ ਗਹੀ ਕਰਦ ਤਿਨ ਸੰਗ, ਇੱਕ ਕਰਦ ਛੋਟੀ ਕਿਰਪਾਨ ਸਤਿਗੁਰੂ ਜੀ ਨੇ ਦਿੱਤੀ ਜੀ। ਹਾਂਜੀ, ਬਖਸ਼ੀ ਬੁੱਧੂ ਸ਼ਾਹ ਕਉ ਲੈ ਨਿਜ ਸੀਸ ਚੜਾਏ। ਬੁੱਧੂ ਸ਼ਾਹ ਜੀ ਦੇ ਜਦੋਂ ਝੋਲੀ 'ਚ ਦਾਤਾਂ ਪਾਈਆਂ ਨਾ, ਬੁੱਧੂ ਸ਼ਾਹ ਜੀ ਨੇ ਆਪਣੇ ਸਿਰ ਤੇ ਲਾਈਆਂ ਜੀ, ਮੱਥੇ ਤੇ ਲਾਈਆਂ ਜੀ। ਮਹਾਰਾਜ ਦੇ ਕੇਸ ਦੀ ਸਿਫਤ ਭਾਈ ਸਾਹਿਬ ਭਾਈ ਨੰਦ ਲਾਲ ਜੀ ਸਾਧ ਸੰਗਤ ਜੀ ਕਰਦੇ ਹਨ। ਉਹ ਕਹਿੰਦੇ ਦੀਨ ਦੁਨੀਆ ਦਰ ਕਮੰਦੇ ਆਪਰੀ ਰੁਖ ਸਾਰੇ ਮਾਂ, ਹਰ ਦੋ ਆਲਮ ਕੀਮਤੇ ਯਕ ਤਾਰ ਮੂਏ ਯਾਰ ਮਾਂ। ਯਕ ਕਹਿੰਦੇ ਇੱਕ ਨੂੰ, ਤਾਰ ਕਹਿੰਦੇ ਕੇਸ ਨੂੰ। ਕਹਿੰਦੇ ਤੁਹਾਡੀ ਯਕ ਤਾਰ ਇੱਕ ਤੇ ਇੱਕ ਕੇਸ ਵਿੱਚ ਹੈ ਸੱਚੇ ਪਾਤਸ਼ਾਹ ਦੋ ਜਹਾਨ ਬੱਝੇ ਹੋਏ ਨੇ। ਇੰਨੇ ਵੱਡੇ ਨੇ ਬਾਜਾਂ ਵਾਲੇ। ਸਾਧ ਸੰਗਤ ਜੀ ਅਸੀਂ ਮਾਇਆ ਦੇ ਪੁਤਲੇ, ਸੱਚ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਸਾਡੇ ਸਤਿਗੁਰੂ ਕਿੰਨੇ ਵੱਡੇ ਆ, ਅਸੀਂ ਇਹਦੀ ਕੀਮਤ ਨਹੀਂ ਜਾਣ ਸਕਦੇ ਜੀ। ਭਾਈ ਨੰਦ ਲਾਲ ਜੀ ਕਹਿੰਦੇ ਤੁਹਾਡੇ ਇੱਕ ਕੇਸ ਵਿੱਚ ਦੀਨ ਤੇ ਦੁਨੀਆ ਬੱਝੀ ਪਈ ਹੈ। ਦੋ ਆਲਮ ਦੋ ਜਹਾਨ ਤੁਹਾਡੇ ਇੱਕ ਕੇਸ ਵਿੱਚ ਨੇ, ਤੇ ਸਤਿਗੁਰਾਂ ਨੇ ਤੇ ਕੇਸਾਂ ਨਾਲ ਭਰਿਆ ਕੰਘਾ ਦੇ ਦਿੱਤਾ ਜੀ ਉਹਨਾਂ ਨੇ। ਤੇ ਗੁਰਮੁਖੋ ਜੇ ਤੁਸੀਂ ਬਾਜਾਂ ਵਾਲੇ ਸਤਿਗੁਰਾਂ ਦੇ ਕੇਸਾਂ ਦੇ ਵੀ ਦਰਸ਼ਨ ਕਰਨੇ ਨਾ, ਭਾਵਨਾ ਬਣਾ ਕੇ ਜਾਓ। ਜੇ ਆਪਣੇ ਸਤਿਗੁਰਾਂ ਦੇ ਸੀਸ ਦੇ ਕੇਸਾਂ ਦੇ ਵੀ ਦਰਸ਼ਨ ਕਰਨੇ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ
ਅੱਜ ਵੀ ਉਹ ਕੇਸ ਉਵੇਂ ਹੀ ਕੰਘੇ ਵਿੱਚ ਹੈਗੇ ਆ, ਤੁਸੀਂ ਜਾ ਕੇ ਦਰਸ਼ਨ ਕਰ ਸਕਦੇ ਹੋ। ਅੱਜ ਵੀ ਉਹ ਕੇਸ ਹੈਗੇ ਜੀ। ਮਾਫ ਕਰਿਓ, ਚਲੋ ਕਥਾ ਬੜੀ ਦੂਰ ਤੱਕ ਜਾਣ ਦੀ ਹੈ, ਸਾਨੂੰ ਆਨੰਦਪੁਰ ਸਾਹਿਬ ਜਾਣਾ ਹੀ ਨਹੀਂ ਆਉਂਦਾ ਜੀ। ਬਸ ਗਏ ਜੀ, ਪੌੜੀਆਂ ਚੜ੍ਹੇ ਕੇਸਗੜ੍ਹ ਸਾਹਿਬ, ਮੱਥਾ ਟੇਕਿਆ, ਤੰਬੂ ਸਾਹਿਬ ਨੂੰ ਘੁੰਮੇ, ਚਲੋ ਜੀ ਬਾਹਰ ਜੀ। ਉੱਥੇ ਖਲੋ ਕੇ ਦਰਸ਼ਨ ਕਰਿਆ ਕਰੋ ਚੰਗੀ ਤਰ੍ਹਾਂ। ਜਦੋਂ ਤੁਸੀਂ ਪਰਿਕਰਮਾ ਕਰਕੇ ਦੂਜੇ ਪਾਸਿਓਂ ਆਉਂਦੇ ਜੇ ਨਾ, ਉੱਥੇ ਪਏ ਆ ਕੇਸ ਸਤਿਗੁਰਾਂ ਦੇ, ਉਹ ਕੰਘੇ ਦੇ ਵਿੱਚ ਉਵੇਂ ਹੀ ਪਏ ਆ ਸਾਧ ਸੰਗਤ ਜੀ, ਜਿਵੇਂ ਮਹਾਰਾਜ ਨੇ ਪੀਰ ਬੁੱਧੂ ਸ਼ਾਹ ਜੀ ਦੀ ਝੋਲੀ 'ਚ ਪਾਏ ਸੀ। ਇੱਕ ਕੇਸ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਗੋਇੰਦਵਾਲ ਸਾਹਿਬ ਪਏ ਨੇ, ਉਹਨਾਂ ਦੇ ਵੀ ਜਾ ਕੇ ਦਰਸ਼ਨ ਕਰਕੇ ਆਇਓ ਕਿਤੇ। ਸੋ ਦਸਤਾਰ ਦਿੱਤੀ ਹੈ, ਨਾਲ ਕਿਰਪਾਨ ਛੋਟੀ ਦਿੱਤੀ। ਬਾਰ ਬਾਰ ਬੰਧਨ ਕਰੈ, ਹਿਰਦੈ ਰਹਿਓ ਹਰਿ ਖਾਏ। ਪੀਰ ਬੁੱਧੂ ਸ਼ਾਹ ਜੀ ਬਾਰ ਬਾਰ ਮੱਥਾ ਟੇਕਦੇ ਜੀ ਉਸ ਦਸਤਾਰ ਨੂੰ, ਉਹਨਾਂ ਕੇਸਾਂ ਨੂੰ ਬਾਰ ਬਾਰ ਮੱਥਾ ਟੇਕਦੇ ਹਨ। ਰਾਖੋ ਭਲੇ ਸੰਭਾਰ ਕਰ, ਵਧੈ ਖਾਲਸੇ ਰਾਜ। ਮਹਾਰਾਜ ਕਹਿਣ ਲੱਗੇ, ਪੀਰ ਜੀ ਇਹਨੂੰ ਸਾਂਭ ਕੇ ਰੱਖਿਓ, ਸਮਾਂ ਆਉਣਾ ਸਾਡੇ ਖਾਲਸੇ ਦਾ ਰਾਜ ਵਧੇਗਾ। ਕਹਿਣ ਲੱਗੇ, ਅੱਛਾ ਉਦੋਂ ਤੇ ਖਾਲਸਾ ਸਾਜਿਆ ਹੀ ਨਹੀਂ ਸੀਗਾ ਜੀ। ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਜਦੋਂ ਪੀਰ ਜੀ ਨੂੰ ਬਖਸ਼ਿਸ਼ ਕੀਤੀ ਉਦੋਂ ਤੇ ਖਾਲਸਾ ਨਹੀਂ ਸੀ ਸਾਜਿਆ ਜੀ, ਪਰ ਮਹਾਰਾਜ ਨੇ ਪਹਿਲਾਂ ਹੀ ਬਚਨ ਕਰਤੇ ਜੀ। ਹਾਂਜੀ। ਅਬ ਤੁਵ ਸੰਤਤ ਕੇ ਅਧਿਕ, ਆਵਹਿ ਨਿਤ ਪ੍ਰਤ ਕਾਜ। ਤਬ ਤੁਵ ਸੰਗਤ ਕੇ ਅਧਿਕ, ਤੁਵ ਸੰਤਤ ਕੇ ਅਧਿਕ। ਮਹਾਰਾਜ ਕਹਿਣ ਲੱਗੇ ਫਿਰ ਉਦੋਂ ਤੁਹਾਡੀ ਪੁਸ਼ਤਾਂ ਦੇ ਕੰਮ ਆਉਣਗੇ ਸਾਡੀ ਇਹ ਵਸਤੂ। ਹਾਂਜੀ। ਇਮ ਕਹਿ ਦਰਬ ਅਨਾਏ ਕਰ, ਦੀਨਸ 5000। ਇਹ ਤਾਂ ਪੀਰ ਬੁੱਧੂ ਸ਼ਾਹ ਜੀ ਨੂੰ ਦੇਤਾ ਜੀ, ਤੇ ਇਹਦੇ ਤੋਂ ਇਲਾਵਾ 5000 ਮਾਇਆ। ਦੇਹੋ ਮੁਰੀਦਨ ਸਭਨ ਕੋ, ਜਿਨਹੋਂ ਕਰੀ ਰਨ ਕਾ। ਪੀਰ ਜੀ ਨੂੰ ਦਿੱਤੀ ਹੈ 5000 ਰੁਪਈਆ ਦੇ ਕੇ ਕਿਹਾ ਆਪਣੇ ਚੇਲਿਆਂ 'ਚ ਵੰਡ ਦਿਓ, ਜਿਨ੍ਹਾਂ ਨੇ ਜੰਗ ਕੀਤੀ ਹੈ, ਸਾਡੇ ਵੱਲੋਂ ਇਨਾਮ ਦੇ ਦਿਓ। ਸਿਰੇ ਪਾਓ ਸਮੁਦਾਏ ਦੇ, ਕਰ ਸੰਤੁਸ਼ਟ ਵਿਸਾਲ। ਸਾਰਿਆਂ ਨੂੰ ਸਰੋਪੇ ਬਖਸ਼ਿਸ਼ ਕੀਤੇ ਸਤਿਗੁਰੂ ਜੀ ਨੇ। ਪੀਰ ਜੀ ਦੇ ਚੇਲਿਆਂ ਨੂੰ ਵੀ ਸਰੋਪੇ ਬਖਸ਼ਿਸ਼ ਕੀਤੇ। 2 ਪੁੱਤਰ ਰਹਿ ਗਏ ਸੀ, ਉਹਨਾਂ ਨੂੰ ਵੀ ਸਰੋਪੇ ਬਖਸ਼ਿਸ਼ ਕੀਤੇ ਜੀ। ਰੁਖਸਦ ਕੀਨੋ ਮਾਨ ਜੁਤ, ਅਧਿਕ ਹਰਖ ਕੇ ਨਾਲ। ਤੇ ਬਹੁਤ ਸਤਿਕਾਰ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਰੁਖਸਦ ਕੀਤਾ ਜੀ। ਪੀਰ ਬੁੱਧੂ ਸ਼ਾਹ ਜੀ ਨੂੰ ਛੁੱਟੀਆਂ ਦਿੱਤੀਆਂ, ਆਗਿਆ ਦਿੱਤੀ ਸੱਚੇ ਪਾਤਸ਼ਾਹ ਜੀ ਨੇ। ਬਾਰ ਬਾਰ ਕਰ ਬੰਦਨਾ, ਗਇਓ ਸਢੌਰੇ ਧਾਮ। ਬਾਰ ਬਾਰ ਪੀਰ ਬੁੱਧੂ ਸ਼ਾਹ ਜੀ ਨਮਸਕਾਰ ਕਰਦੇ, ਕਿਉਂ? ਪੀਰ ਜੀ ਨੂੰ ਦਾਤ ਮਿਲੀ ਹੈ ਮਹਾਰਾਜ ਕੋਲੋਂ ਜੀ, ਨਾਮ ਦੀ ਦਾਤ ਮਿਲੀ ਹੈ। ਪੀਰ ਜੀ ਦਾ ਹਿਰਦਾ ਟਿਕਿਆ, ਜੋ ਰਸ ਆਨੰਦ ਪੀਰ ਜੀ ਨੂੰ ਹੁਣ ਤੱਕ ਨਹੀਂ ਸੀ ਆਇਆ, ਉਹ ਸਤਿਗੁਰੂ ਜੀ ਦੀ ਕਿਰਪਾ ਨਾਲ ਆ ਗਿਆ ਜੀ। ਪੀਰ ਜੀ ਬਾਰ ਬਾਰ ਨਮਸਕਾਰ ਕਰਦੇ ਹੋਏ ਆਪਣੇ ਘਰ ਸਢੌਰੇ ਚਲੇ ਗਏ। ਪੂਰ ਮੁਰੀਦਨ ਕਾਮਨਾ, ਸਰੇ ਸਭਨ ਕੇ ਕਾਮ। ਗਰੀਬ ਨਵਾਜ ਮਹਾਰਾਜ ਨੂੰ ਨਮਸਕਾਰ ਕੀਤੀ, ਆਪਣੇ ਚੇਲਿਆਂ ਨੂੰ ਨਮਸਕਾਰ ਕਰਵਾਈ, ਮਾਇਆ ਵੰਡੀ। ਕੰਧ ਬਿਖੈ ਰਖ ਤਾਹੇ ਕੋ, ਤਾਮਹਿ ਦੀਨ ਚਿਨਾਏ। ਪੀਰ ਬੁੱਧੂ ਸ਼ਾਹ ਜੀ ਨੇ ਫਿਰ ਕੀ ਕੀਤਾ ਜੀ? ਪੀਰ ਬੁੱਧੂ ਸ਼ਾਹ ਜੀ ਨੇ ਸਤਿਗੁਰਾਂ ਦੀ ਦਸਤਾਰ ਨੂੰ ਤੇ ਕੰਘੇ ਨੂੰ ਵਿੱਚ ਹੀ ਕੇਸ ਹੋਵੇਂ ਤੇ ਸਾਧ ਸੰਗਤ ਉਸ ਸ੍ਰੀ ਸਾਹਿਬ ਨੂੰ ਇੱਕ ਕੰਧ ਦੇ ਆਲੇ ਵਿੱਚ ਰਖਾ ਕੇ ਬੰਦ ਕਰਾ ਦਿੱਤਾ ਜੀ, ਸਾਂਭ ਦਿੱਤਾ ਜੀ। ਆਖੋ ਸ੍ਰੀ ਵਾਹਿਗੁਰੂ। ਪੀਰ ਬੁੱਧੂ ਸ਼ਾਹ ਜੀ ਜਦੋਂ ਘਰ ਗਏ ਨਾ ਆਪਣੇ ਡੇਰੇ, ਕਹਿੰਦੇ ਉਹਨਾਂ ਦੀ ਘਰ ਵਾਲੀ ਬੀਬੀ ਨੇ ਪੁੱਛਿਆ ਵੀ ਮੇਰੇ 2 ਪੁੱਤ ਕਿੱਥੇ ਹੈ? ਕਹਿਣ ਲੱਗੇ ਉਹ ਤੇ ਸ਼ਹੀਦ ਹੋ ਗਏ। ਕਹਿਣ ਲੱਗੀ ਜੇ 2 ਪੁੱਤ ਸ਼ਹੀਦ ਹੋ ਗਏ ਤੇ ਮਿਲਿਆ ਕੀ ਫਿਰ ਉੱਥੋਂ? ਤੇ ਪੀਰ ਬੁੱਧੂ ਸ਼ਾਹ ਜੀ ਨੇ ਸਤਿਗੁਰਾਂ ਦਾ ਕੰਘਾ ਅੱਗੇ ਕੀਤਾ ਜੀ, ਵਿੱਚ ਕੇਸ ਲੱਗੇ। ਕਹਿੰਦੇ ਵੇਖ ਭਾਗਾਂ ਵਾਲੀਏ, ਅੱਜ ਤੱਕ ਸਮੇਤ ਕੇਸਾਂ ਦੇ ਕੰਘਾ ਨਹੀਂ ਦਿੱਤਾ ਮਹਾਰਾਜ ਨੇ ਕਿਸੇ ਨੂੰ।
ਬੜਾ ਇਤਿਹਾਸ ਤੁਸੀਂ ਸੁਣਿਆ ਹੋਵੇਗਾ, ਇੱਕੋ ਹੀ ਪੀਰ ਬੁੱਧੂ ਸ਼ਾਹ ਜੀ ਨੇ ਜਿਨ੍ਹਾਂ ਨੂੰ ਸਮੇਤ ਕੇਸਾਂ ਦੇ ਕੰਘਾ ਮਿਲਿਆ, ਹੋਰ ਕਿਸੇ ਨੂੰ ਨਹੀਂ ਮਿਲਿਆ ਜੀ। ਕਹਿੰਦੇ ਆ ਮਿਲਿਆ ਤੇ ਇੱਕ ਕੰਧ ਦੇ ਵਿੱਚ ਚਿਣਵਾ ਦਿੱਤਾ। 8-10 ਸੈ 17 ਬਿਖੈ ਔਚਕ ਗਿਰੀ ਸੋ ਜਾਏ। ਕਹਿਣ ਲੱਗੇ ਫਿਰ ਸਮੇਂ ਨਾਲ ਨਾ 1890 ਵਿੱਚ ਬਿਕਰਮੀ ਵਿੱਚ ਜੀ ਉਹ ਕੰਧ ਡਿੱਗ ਗਈ ਸੀਗੀ ਜੀ, ਜਿਹਦੇ ਵਿੱਚ ਵਸਤੂਆਂ ਚੜਵਾਈਆਂ ਜੀ। ਨਿਕਸੀ ਤਬ ਸੰਦੂਕਰੀ ਹੁਕਮ ਪੱਤਰ ਪਠ ਜਾਨ। ਉਹ ਇੱਕ ਸੰਦੂਕੜੀ 'ਚ ਰੱਖਿਆ ਸੀ ਸਾਰਾ ਕੁਛ ਜੀ। ਉਹਦੇ ਵਿੱਚ ਲਿਖਿਆ ਸੀਗਾ ਵੀ ਇਹ ਪੀਰ ਬੁੱਧੂ ਸ਼ਾਹ ਜੀ ਨੂੰ ਅਸੀਂ ਦਿੰਨੇ ਆ ਸਾਰਾ ਕੁਝ। ਉਹ ਸੰਦੂਕੜੀ ਨਿਕਲੀ। ਹਾਂਜੀ। ਰਹਿਤ ਹੁਤੇ ਕਵ ਜਿਸ ਨਿਕਟ ਸੋ ਸਰਦਾਰ ਮਹਾਨ। ਭਾਈ ਸੰਤੋਖ ਸਿੰਘ ਜੀ ਕਹਿਣ ਲੱਗੇ, ਜਿਸ ਪਿੰਡ ਵਿੱਚ ਮੈਂ ਰਹਿਣਾ ਸਾਂ ਨਾ, ਉੱਥੋਂ ਦੇ ਸਰਦਾਰ ਨੂੰ ਪਤਾ ਲੱਗਾ ਜੀ ਵੀ ਸਢੌਰੇ ਪੀਰ ਬੁੱਧੂ ਸ਼ਾਹ ਦੇ ਘਰ ਦੀ ਕੰਧ ਡਿੱਗੀ ਹੈ, ਵਿੱਚੋਂ ਸੰਦੂਕੜੀ ਨਿਕਲੀ ਹੈ। ਕਹਿਣ ਲੱਗੇ ਫਿਰ ਉਹਨਾਂ ਨੇ ਮੈਨੂੰ ਦਰਸ਼ਨ ਕਰਾਏ। ਪੂਰਬ ਲਿਆਏ ਸੋ ਤਹਾਂ ਦੇਖੀ ਸਭਨ ਪਛਾਨ। ਕਹਿਣ ਲੱਗੇ ਸਾਰਿਆਂ ਨੇ ਪਛਾਣਿਆ, ਲਿਖਾਈ ਵੇਖੀ, ਇਹ ਤਾਂ ਸਤਿਗੁਰੂ ਜੀ ਦੀਆਂ ਵਸਤੂਆਂ ਨੇ। ਹਾਂਜੀ। ਮਾਨੀ ਸਿਰ ਧਰ ਦੇਤ ਭੇ ਸਿੱਖ ਬਹੁ ਧਨ ਕੋ ਦਾਨ। ਤੇ ਨਾਲੇ ਮਹਾਰਾਜ ਨੇ ਕਿਹਾ ਸੀ ਸਾਡੇ ਸਿੱਖ ਪੀਰ ਬੁੱਧੂ ਸ਼ਾਹ ਜੀ ਦੀ ਸੰਤਾਨ ਨੂੰ ਸਨਮਾਨ ਦਿਆ ਕਰਨਗੇ, ਮਾਇਆ ਦਿਆ ਕਰਨਗੇ। ਹਾਂਜੀ। ਸੰਤਤ ਬੁੱਧੂ ਸ਼ਾਹ ਕੀ ਅਬਲੋ ਤਹਾਂ ਅਲੰਬ। ਭਾਈ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਪੀਰ ਬੁੱਧੂ ਸ਼ਾਹ ਜੀ ਦੀ ਸੰਤਤ, ਉਹਨਾਂ ਦੀ ਔਲਾਦ ਅੱਜ ਤੱਕ ਉਸ ਇਲਾਕੇ ਵਿੱਚ ਸੀ। ਕਰਤ ਜੀਵਕਾ ਤਿਸੀ ਤੇ ਪਾਵਤ ਦਰਬ ਕਦਮ। ਲੋਕ ਉਹਨਾਂ ਨੂੰ ਮਾਇਆ ਦਿੰਦੇ, ਉਹਨਾਂ ਵਸਤੂਆਂ ਦੇ ਦਰਸ਼ਨ ਕਰਦੇ, ਉਹ ਇੱਕ ਆਸਰਾ ਬਣਿਆ ਜੀ। ਪਰ ਸਾਧ ਸੰਗਤ ਜੀ ਸਮੇਂ ਦੇ ਨਾਲ, ਪਹਿਲਾਂ ਅਗਲਾ ਦੋਹਰਾ ਸੁਣ ਲਓ ਚਲੋ। ਹਾਂਜੀ। ਸੰਮਤ ਬੀਤੇ ਆਏ ਸੋ ਹਮ ਕਉ ਦਰਸ ਦਿਖਾਏ। ਭਾਈ ਸੰਤੋਖ ਸਿੰਘ ਜੀ ਨੇ ਜਦੋਂ ਕਥਾ ਲਿਖੀ ਨਾ, ਉਹ ਕਹਿੰਦੇ 1 ਸਾਲ ਪਹਿਲਾਂ ਮੈਂ ਵੀ ਸਤਿਗੁਰਾਂ ਦੇ ਕੰਘੇ ਦੇ, ਕੇਸਾਂ ਦੇ, ਦਸਤਾਰ ਦੇ, ਕਰਦ ਦੇ ਦਰਸ਼ਨ ਕੀਤੇ ਨੇ। 1 ਸਾਲ ਪਹਿਲਾਂ ਕਹਿੰਦੇ। ਹਾਂਜੀ। ਬੁੱਧੂ ਸ਼ਾਹ ਪ੍ਰਸੰਗ ਕੋ ਭਾਖਿਓ ਸਕਲ ਬਨਾਏ। ਕਹਿੰਦੇ ਇਸ ਤਰੀਕੇ ਨਾਲ ਮੈਂ ਪੀਰ ਬੁੱਧੂ ਸ਼ਾਹ ਜੀ ਦਾ ਸਾਰਾ ਪ੍ਰਸੰਗ ਤੁਹਾਨੂੰ ਦੱਸਿਆ ਹੈ। ਇਹ ਭਾਈ ਸੰਤੋਖ ਸਿੰਘ ਜੀ ਲਿਖਦੇ। ਹੁਣ ਸੰਗਤ ਜੀ ਅੱਗੇ ਗੱਲ ਸੁਣਿਓ। ਸਮੇਂ ਨਾਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹਨਾਂ ਦੇ ਪਰਿਵਾਰ ਨੇ ਵਸਤੂਆਂ ਦਿੱਤੀਆਂ ਜੀ। ਆਖੋ ਸ੍ਰੀ ਵਾਹਿਗੁਰੂ। ਬੜੇ ਸਤਿਕਾਰ ਨਾਲ ਦਿੱਤੀਆਂ ਜੀ। ਉਸ ਇਲਾਕੇ ਵਿੱਚੋਂ ਲੈ ਕੇ ਆਏ। ਫਿਰ ਬੜੇ ਸਤਿਕਾਰ ਦੇ ਨਾਲ ਉਹ ਕੇਸਗੜ੍ਹ ਸਾਹਿਬ, ਤਖਤ ਸਾਹਿਬ ਤੇ ਸੁਭਾਏਮਾਨ ਕੀਤੀਆਂ ਗਈਆਂ। ਮੇਰੇ ਖਿਆਲ ਨਾਲ 7-8 ਸਾਲ ਹੋ ਗਏ ਹੋਣਗੇ ਜੀ ਇਸ ਗੱਲ ਨੂੰ। ਅੱਜ ਵੀ ਨੇ, ਜ਼ਰੂਰ ਦਰਸ਼ਨ ਕਰੋ ਤਾਂ ਆਪਣੇ ਬੱਚਿਆਂ ਨੂੰ ਦੱਸੋ, ਬੇਟਾ ਆਹ ਕੇਸ ਜਿਹੜੇ ਤੁਸੀਂ ਦਰਸ਼ਨ ਕਰਨ ਦੇ, ਗੁਰੂ ਗੋਬਿੰਦ ਸਿੰਘ ਜੀ ਦੇ ਕੇਸ ਨੇ ਸਿਰ ਦੇ। ਇਹਨਾਂ ਕੇਸਾਂ ਦੇ ਬਦਲੇ ਗੁਰੂ ਗੋਬਿੰਦ ਸਿੰਘ ਦੇ ਮੁਰੀਦ ਪੀਰ ਬੁੱਧੂ ਸ਼ਾਹ ਨੇ ਆਪਣੇ 2 ਪੁੱਤ ਸ਼ਹੀਦ ਕਰਾਏ ਸੀਗੇ। 2 ਪੁੱਤ ਸ਼ਹੀਦ ਕਰਾਉਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਪੀਰ ਬੁੱਧੂ ਸ਼ਾਹ ਨੂੰ ਇਹ ਕੇਸ ਬਖਸ਼ਿਸ਼ ਕੀਤੇ। ਤੇ ਚੇਤਾ ਰੱਖਿਓ, ਪੀਰ ਜੀ ਨੇ ਆਪਣੇ 2 ਸ਼ਹੀਦ ਕਰਾਏ, ਪੀਰ ਜੀ ਨੂੰ ਮਹਾਰਾਜ ਨੇ ਆਪਣੇ ਕੇਸ ਬਖਸ਼ਿਸ਼ ਕੀਤੇ। ਗੁਰਮੁਖੋ, ਸਤਿਗੁਰਾਂ ਨੇ ਆਪਣੇ 4 ਪੁੱਤ ਸ਼ਹੀਦ ਕਰਾ ਕੇ ਸਾਨੂੰ ਸਰੂਪ ਬਖਸ਼ਿਸ਼ ਕਰ ਦਿੱਤਾ ਜੀ। ਆਹ ਜਿਹੜਾ ਸਰੂਪ ਹੈ, ਇਹ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ ਜੀ। ਹਾਂਜੀ। ਦੋਹਰਾ ਸ਼੍ਰੀ ਸਤਿਗੁਰ ਤਬ ਕੇਸਰੀ ਆਪ ਬੰਦ ਦਸਤਾਰ। ਗੁਰੂ ਕੇ ਸਿੱਖ ਨੇ ਫਿਰ ਕੇਸਰੀ ਰੰਗ ਦਾ ਦਸਤਾਰਾ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਗੇ ਚੁਣ ਕੇ ਰੱਖਿਆ। ਮਹਾਰਾਜ ਨੇ ਫਿਰ ਕੇਸਰੀ ਰੰਗ ਦਾ ਦਸਤਾਰ ਸਜਾਉਣ ਲੱਗ ਪਏ ਜੀ। ਹਾਂਜੀ। ਜਿਗਾ ਬਾਂਧ ਕਲਗੀ ਧਰੀ ਸ਼ੋਭਾ ਉਦਤ ਉਦਾਰ। ਕਹਿੰਦੇ ਮਹਾਰਾਜ ਨੇ ਦਸਤਾਰ ਸਜਾ ਲਈ, ਉੱਤੇ ਜਿਗਾ ਸਜਾ ਲਈ, ਤੇ ਜਿਗਾ ਦੇ ਉੱਤੇ ਵੀ ਕਲਗੀ ਸਜਾ ਲਈ ਸੱਚੇ ਪਾਤਸ਼ਾਹ ਜੀ ਨੇ। ਹਾਂਜੀ। ਨਿਸ਼ਾਨੀ ਛੰਦ ਲੱਗਿਓ ਦੀਵਾਨ ਮਹਾਨ ਪਟ ਵੱਡ ਹੋਤ ਆਨੰਦੇ। ਸੱਚੇ ਪਾਤਸ਼ਾਹ ਜੀ ਦੀਵਾਨ ਵਿੱਚ ਆ ਗਏ,
ਸਾਰੇ ਸਿੱਖ ਸੱਚੇ ਪਾਤਸ਼ਾਹ ਜੀ ਦੇ ਲਾਗੇ ਬੈਠ ਗਏ, ਜੰਗ ਜਿੱਤੀ ਹੈ, ਬੜਾ ਆਨੰਦ ਬਣਿਆ ਜੀ। ਹਾਂਜੀ, ਸਾਧ ਕਿਰਪਾਲ ਮਹੰਤ ਤਬ ਆਇਓ ਗੁਰ ਬੰਦੇ। ਤੇ ਜਿਵੇਂ ਪੀਰ ਜੀ ਗਏ ਨਾ ਖੁਸ਼ੀਆਂ ਲੈ ਕੇ, ਮਹੰਤ ਕਿਰਪਾਲ ਦਾਸ ਸਾਧੂ ਉਹ ਵੀ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਏ ਜੀ। ਸਭਾ ਵਿਖੈ ਸਨਮਾਨ ਕਰ ਪ੍ਰਭ ਤਾਹੇ ਬਿਠਾਇਓ। ਮਹਾਰਾਜ ਜੀ ਨੇ ਬੜਾ ਸਨਮਾਨ ਕੀਤਾ ਜੀ, ਉਹਨਾਂ ਦਾ ਸਤਿਕਾਰ ਕੀਤਾ ਤੇ ਬੜੇ ਸਤਿਕਾਰ ਨਾਲ ਆਪਣੇ ਲਾਗੇ ਬਿਠਾਇਆ ਜੀ। ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਮਹੰਤ ਜੀ ਹੈ ਹੀ ਸਤਿਕਾਰਯੋਗ ਸੀਗੇ ਜੀ, ਐਨ ਵੱਡਾ ਸਰੀਰ, ਮੋਟਾ ਸਰੀਰ। ਹਾਂਜੀ, ਸਾਧ ਸਾਧ ਸ਼੍ਰੀ ਮੁਖ ਕਹਿਓ, ਸਾਧੂ ਸੁਖ ਪਾਇਓ। ਮਹਾਰਾਜ ਕਹਿਣ ਲੱਗੇ ਸ਼ਾਬਾਸ਼ ਮਹੰਤ ਜੀ, ਸ਼ਾਬਾਸ਼। ਜਦੋਂ ਸ਼ਾਬਾਸ਼ ਸ਼ਾਬਾਸ਼ ਕਿਹਾ ਨਾ, ਤੇ ਸ਼ਾਬਾਸ਼ ਵਿੱਚ ਵੀ ਮਹੰਤ ਜੀ ਨੂੰ ਐਂ ਲੱਗਾ ਜਿਵੇਂ ਮਹਾਰਾਜ ਨੇ ਮੈਨੂੰ ਅੰਦਰ ਦਾ ਸੁੱਖ ਦੇ ਦਿੱਤਾ ਹੈ, ਮੇਰੇ ਤੇ ਕਿਰਪਾ ਕੀਤੀ ਹੈ। ਕਿਹਨੂੰ ਮਾਰਿਆ ਸੀ ਭਲਾ ਇਹਨਾਂ ਨੇ? ਹਾਂ, ਹਯਾਤ ਖਾਨ ਨੂੰ ਮਾਰਿਆ ਸੀਗਾ। ਕਿਵੇਂ ਮਾਰਿਆ? ਕੁੱਤਕਾ ਮਾਰ ਕੇ ਮਾਰਿਆ ਸਾਧ ਸੰਗਤ ਜੀ। ਹਾਂਜੀ, ਬਖਸ਼ਿਸ਼ ਹੇਤ ਵਿਚਾਰ ਕਰ ਜਗ ਮਹਿ ਵਡਿਆਈ। ਹੁਣ ਮਹਾਰਾਜ ਵਿਚਾਰ ਕਰਦੇ ਵੀ ਮਹੰਤ ਨੂੰ ਵੀ ਕੁਛ ਦਈਏ। ਆਖੋ ਸ੍ਰੀ ਵਾਹਿਗੁਰੂ। ਵੇਖੋ ਬੰਦਾ ਕੁਝ ਕਰੇ ਸਹੀ, ਗੁਰੂ ਸਾਹਿਬ ਤਾਂ ਦੇਣ ਨੂੰ ਤਿਆਰ ਬੈਠੇ ਨੇ ਜੀ। ਬਖਸ਼ਿਸ਼ਾਂ ਨਾਲ ਝੋਲੀਆਂ ਭਰਨ ਨੂੰ ਤਿਆਰ ਬੈਠੇ, ਦਾਤਾਂ ਦੇਣ ਨੂੰ ਤਿਆਰ ਬੈਠੇ ਹੈ। ਮਹਾਰਾਜ ਜੀ ਵਿਚਾਰ ਕਰਦੇ ਹੈ ਵੀ ਪੀਰ ਬੁੱਧੂ ਵਾਹਿਗੁਰੂ ਮਹੰਤ ਜੀ ਨੂੰ ਵੀ ਕੋਈ ਬਖਸ਼ਿਸ਼ ਦਈਏ। ਹਾਂਜੀ, ਅਰਧ ਪਾਰ ਦਸਤਾਰ ਕੋ ਦੇ ਸੀਸ ਬੰਧਾਈ। ਤੇ ਸੱਚੇ ਪਾਤਸ਼ਾਹ ਮਹਾਰਾਜ ਸੋਚਦੇ ਜਿਹਦੇ ਨਾਲ ਜਗਤ ਵਿੱਚ ਵਡਿਆਈ ਹੋਵੇ ਇਹਨਾਂ ਦੀ। ਤੇ ਫਿਰ ਪੀਰ ਬੁੱਧੂ ਸ਼ਾਹ ਜੀ ਨੂੰ ਤਾਂ ਪੂਰੀ ਪੱਗ ਦਿੱਤੀ ਮਹਾਰਾਜ ਨੇ। ਆਪਣੀ ਪੱਗ ਦੇਣੀ ਬੜੀ ਵੱਡੀ ਗੱਲ ਚ ਹੈ। ਹਾਂਜੀ, ਪੀਰ ਬੁੱਧੂ ਸ਼ਾਹ ਜੀ ਨੂੰ ਆਪਣੀ ਪੱਗ ਦਿੱਤੀ, ਦਸਤਾਰ ਦਿੱਤੀ ਮਹਾਰਾਜ ਨੇ। ਤੇ ਮਹੰਤ ਕਿਰਪਾਲ ਦਾਸ ਜੀ ਨੂੰ ਅੱਧੀ ਦਸਤਾਰ ਦਿੱਤੀ ਫਿਰ ਮਹਾਰਾਜ ਨੇ। ਅੱਧੀ ਦਸਤਾਰ ਵਿੱਚੋਂ ਲਾ ਕੇ ਨਾ, ਅਰਧ ਪਾਰ ਦਸਤਾਰ ਕੋ ਦੇ ਸੀਸ ਬੰਧਾਈ। ਤੇ ਮਹੰਤ ਜੀ ਨੂੰ ਮਹਾਰਾਜ ਕਹਿੰਦੇ ਹੁਣ ਸਿਰ ਤੇ ਸਜਾਓ। ਆਪ ਇੱਕ ਪਾਸਾ ਲਿਆ, ਮਹੰਤ ਜੀ ਆਪਣੇ ਸੀਸ ਉੱਤੇ ਦਸਤਾਰ ਸਜਾਉਂਦੇ। ਕਿੱਡੇ ਵੱਡੇ ਭਾਗਾਂ ਵਾਲੇ ਜੀ। ਹਾਂਜੀ, ਵੇਖੋ ਪੀਰ ਜੀ ਨੂੰ ਤੇ ਬਖਸ਼ਿਸ਼ ਰੂਪ ਚ ਦਿੱਤੀ ਨਾ। ਇਹਨਾਂ ਦੇ ਆਪਣੇ ਹੱਥਾਂ ਨਾਲ ਮਹਾਰਾਜ ਨੇ ਪੱਗ ਇਹਨਾਂ ਨੂੰ ਆਪ ਬਣਵਾਈ ਜੀ। ਅੱਧੀ ਪੱਗ ਬਣਵਾ ਦਿੱਤੀ ਮਹਾਰਾਜ ਨੇ। ਬੜੇ ਪਿਆਰ ਨਾਲ ਉਹਨਾਂ ਨੇ ਫਿਰ ਦਸਤਾਰ ਸਜਾਈ ਜੀ। ਹਾਂਜੀ, ਕੁਲਹਾ ਕੇ ਉਪਰ ਬੰਧੀ ਦੁੱਤ ਹੋਏ ਗਈ ਦੂਨੀ। ਕਹਿਣ ਲੱਗੇ ਉਹ ਕੁਲਹਾ ਪਾਈ, ਉੱਚੀ ਟੋਪੀ ਪਾਈ ਸੀ ਇੱਕ ਜੀ, ਜਿਵੇਂ ਸਾਧੂ ਲੋਕ ਪਾਉਂਦੇ ਆ, ਉਹਦੇ ਉੱਤੇ ਦਸਤਾਰ ਬੰਨੀ ਜੀ ਉਹਨਾਂ ਨੇ ਜੀ। ਹੋਰ ਸੋਹਣੇ ਲੱਗਣ ਲੱਗ ਪਏ, ਸ਼ੋਭਾ ਹੋਰ ਵੱਧ ਗਈ ਜੀ। ਹਾਂਜੀ, ਗਿਆਨ ਸਚਦਾਨੰਦ ਮਹਿ ਬ੍ਰਿਤ ਟਿਕੀ ਚੂਨੀ। ਆਹ ਗੱਲ ਸੁਣਨ ਵਾਲੀ ਜੇ ਗੁਰਸਿੱਖੋ। ਆਖੋ ਸ੍ਰੀ ਵਾਹਿਗੁਰੂ। ਵੇਖਣ ਨੂੰ ਤਾਂ ਪੱਗ ਹੀ ਬਣਾਈ ਨਾ ਜੀ। ਦੁਨੀਆਦਾਰ ਤੇ ਬੰਦਾ ਕਹੇਗਾ ਇੱਕ ਕੱਪੜਾ, ਪੱਗ ਹੋਰ ਕੀ ਹੈਗੀ ਹੈ। ਦਸਤਾਰ ਮਹਾਰਾਜ ਨੇ ਆਪਣੀ ਅੱਧੀ ਦਿੱਤੀ ਹੈ, ਪਰ ਗੁਰਮੁਖੋ ਉਸ ਦਸਤਾਰ ਵਿੱਚ, ਉਸ ਕੱਪੜੇ 'ਚ ਬੜੀਆਂ ਬਖਸ਼ਿਸ਼ਾਂ ਸੀਗੀਆਂ। ਕਹਿਣ ਲੱਗੇ ਜਦੋਂ ਬੰਨੀ ਨਾ ਜੀ, ਉਹ ਮਹਾਰਾਜ ਦੀ ਪੱਗ ਹੈ, ਗੁਰੂ ਸਾਹਿਬ ਆਪਣੇ ਸੀਸ ਤੇ ਸਜਾਉਂਦੇ ਆ। ਮਹਾਰਾਜ ਦੀਆਂ ਵਾਈਬ੍ਰੇਸ਼ਨਸ ਨੇ। ਸਾਧ ਸੰਗਤ ਕਹਿੰਦੇ ਗਿਆਨ ਸੱਚ ਦਾ ਆਨੰਦ ਮਹਿ ਬ੍ਰਿਤ ਟਿਕੀ ਚੌਣੀ। ਅੱਗੇ ਨਾਲੋਂ 4 ਗੁਣਾ ਵੱਧ ਬ੍ਰਹਮ ਗਿਆਨ ਦਾ ਆਨੰਦ ਵੱਧ ਗਿਆ ਜੀ। ਅੱਗੇ ਨਾਲੋਂ, ਚੌਣੀ ਦਾ ਅਰਥ ਹੁੰਦਾ 4 ਗੁਣਾ ਜੀ। 4 ਗੁਣਾ ਵੱਧ ਬ੍ਰਹਮ ਗਿਆਨ ਦਾ ਆਨੰਦ ਵੱਧ ਗਿਆ ਜੀ। ਹਾਂਜੀ, ਇੰਨੀ ਬਖਸ਼ਿਸ਼ ਹੋਈ ਜੀ। ਸੱਚ ਦਾ ਆਨੰਦ, ਸਦਾ ਆਨੰਦ ਰਹਿ ਦਿਨ ਰਾਤੀ। ਹਾਂਜੀ, ਜਿਹੜਾ ਆਨੰਦ ਬ੍ਰਹਮ ਗਿਆਨ ਵਾਲਾ, ਉਸ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋਏ ਜੀ। ਚੇਤਾ ਰੱਖਿਓ, ਭਗਤੀ ਕਰਕੇ ਚੌਂਕੜਾ ਮਾਰ ਕੇ ਕੋਈ ਗਰੰਟੀ ਨਹੀਂ ਸੀ ਵੀ ਉਹ ਅਵਸਥਾ ਮਿਲਣੀ ਕਿ ਨਹੀਂ ਮਿਲਣੀ ਜੀ। ਹੁਕਮ ਮੰਨਿਆ, ਸੇਵਾ ਕੀਤੀ, ਗੁਰੂ ਜੀ ਦੀ ਦਸਤਾਰ ਮਿਲਣ ਨਾਲ ਹੀ ਆਨੰਦ ਬਣ ਗਏ ਜੀ। ਹਾਂਜੀ, ਤਮਕਾ ਇਹ ਤਵ
ਤਕਮਾ ਇਹ ਤਵ ਪੰਥ ਕੋ ਜਗ ਸੱਜੈ ਨਿਰਾਲਾ। ਮਹਾਰਾਜ ਕਹਿਣ ਲੱਗੇ ਇਹ ਤੁਹਾਨੂੰ ਜਿਵੇਂ ਤਗਮਾ ਦਈਦਾ ਨਾ, ਮੈਡਲ ਦਿੰਦੇ ਆ, ਸ਼ੀਲਡ ਦਿੰਦੇ ਆ, ਮਹਾਰਾਜ ਕਹਿਣ ਲੱਗੇ ਇਹ ਵੀ ਤੁਹਾਨੂੰ ਤਗਮਾ ਹੀ ਦਿੱਤਾ, ਮਰਾਤਬਾ ਦਿੱਤਾ। ਸਮਾਂ ਆਏਗਾ ਤੁਹਾਡਾ ਪੰਥ ਨਿਰਾਲਾ ਪੰਥ ਚੱਲੇਗਾ, ਜਿਹਨੂੰ ਨਿਰਮਲ ਉਦਾਸੀ ਮਹਾਤਮਾ ਕਹਿੰਦੇ ਸਾਧ ਸੰਗਤ ਜੀ। ਹੁਣ ਵੀ ਉਦਾਸੀ ਸੰਤ ਮਹਾਤਮਾ ਬੜੇ ਨੇ ਰੱਬ ਦੇ ਪਿਆਰੇ ਜੀ। ਹਾਂਜੀ। ਦੋਨੋਂ ਲੋਕ ਸੁਧਾਰ ਦੀਏ ਗੁਰ ਬਖਸ਼ ਵਿਸਾਲਾ। ਮਹਾਰਾਜ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ, ਮਹੰਤ ਜੀ ਦਾ ਲੋਕ ਵੀ ਸੁਖੀ ਕਰ ਦਿੱਤਾ, ਮਹੰਤ ਜੀ ਦਾ ਪਰਲੋਕ ਵੀ ਸੁਖੀ ਕਰ ਦਿੱਤਾ ਜੀ। ਹਾਂਜੀ। ਨਿਤ ਪ੍ਰਤ ਦੇਗ ਕਰਾਹਾ ਕੀ ਦੀਜੈ ਸੰਗ ਚੇਲੇ। ਮਹਾਰਾਜ ਕਹਿਣ ਲੱਗੇ ਹੁਣ ਚੇਲੇ ਵੀ ਇਕੱਠੇ ਹੋ ਜਾਣੇ ਤੁਹਾਡੇ। ਉਹ ਜਿਹੜੇ ਚੇਲੇ ਭੱਜ ਗਏ ਸੀ ਨਾ, ਉਹ ਵੀ ਇਕੱਠੇ ਹੋ ਜਾਣਗੇ, ਪੰਥ ਚੱਲੇਗਾ ਤੇ ਰੋਜ਼ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹੋਣਗੀਆਂ। ਹਾਂਜੀ। ਕਾਰਦਾਰ ਪਰ ਗੁਰ ਹੁਕਮ ਹੋਇਓ ਤਿਸ ਵੇਲੇ। ਮਹਾਰਾਜ ਗਰੀਬ ਨਵਾਜ ਜੀ ਨੇ ਹੁਕਮ ਕੀਤਾ ਕਾਰਦਾਰ ਸਿੱਖ ਨੂੰ, ਜਿਹੜਾ ਮਾਇਆ ਵੰਡਦਾ ਸੀ। ਮਹਾਰਾਜ ਕਹਿਣ ਲੱਗੇ ਮਹੰਤ ਜੀ ਤੇ ਮਹੰਤ ਜੀ ਦੇ ਚੇਲਿਆਂ ਨੂੰ ਰੋਜ਼ ਕੜਾਹ ਪ੍ਰਸ਼ਾਦ ਛਕਾਉਣਾ ਕਹਿਣ ਲੱਗੇ। ਹਾਂਜੀ। ਦਇਆ ਰਾਮ ਪ੍ਰੋਹਤ ਬਲੀ ਕੀਨੋ ਰਣ ਭਾਰੀ। ਹੁਣ ਸਾਧ ਸੰਗਤ ਜੀ ਭਾਈ ਦਇਆ ਰਾਮ ਜੀ ਨੇ ਵੀ ਜੰਗ ਕੀਤੀ ਸੀਗੀ ਜੀ, ਪ੍ਰੋਹਤ ਸੀਗੇ, ਉਹਨਾਂ ਵੀ ਜੰਗ ਕੀਤੀ ਸੀਗੀ, ਬੜੀ ਵੀਰਤਾ ਨਾਲ ਜੰਗ ਲੜਿਆ ਸੀਗਾ। ਕਰਤ ਭਏ ਬਖਸ਼ਿਸ਼ ਤਬੈ ਤਿਸ ਓਟ ਨਿਹਾਰੀ। ਤਿਸ ਔਰ ਨਿਹਾਰੀ। ਮਹਾਰਾਜ ਨੇ ਫਿਰ ਬਖਸ਼ਿਸ਼ ਕੀਤੀ ਜੀ ਦਇਆ ਰਾਮ ਜੀ ਉੱਤੇ। ਦਇਆ ਰਾਮ ਜੀ ਵੱਲ ਵੇਖਿਆ ਵੀ ਇਹਨਾਂ ਨੂੰ ਵੀ ਇਨਾਮ ਦਈਏ। ਢਾਲਾ ਬਖਸ਼ਿਓ ਆਪਨੋ ਪੁਨ ਪਟਾ ਲਿਖਾਇਓ। ਸਤਿਗੁਰਾਂ ਨੇ ਢਾਲ ਦਿੱਤੀ, ਢਾਲ ਆਖੋ ਵਾਹਿਗੁਰੂ। ਆਪਣੀ ਢਾਲ ਦਿੱਤੀ, ਬਖਸ਼ਿਸ਼ ਕੀਤੀ, ਤੇ ਫਿਰ ਪਟਾ ਭਾਵ ਇੱਕ ਕਾਗਜ਼ ਦੇ ਉੱਤੇ ਆਪ ਮਹਾਰਾਜ ਨੇ ਬਚਨ ਲਿਖਵਾਏ। ਇਨ ਪੂਜਹਿ ਦਰਸ਼ਨ ਕਰੈ ਪਾਵਹਿ ਮਨ ਭਾਇਓ। ਭਾਈ ਦਇਆ ਰਾਮ ਦਾ ਸਤਿਕਾਰ ਕਰਨਾ, ਦਇਆ ਰਾਮ ਨੂੰ ਅਸੀਂ ਢਾਲ ਦੇ ਰਹੇ ਹਾਂ, ਜਿਹੜਾ ਇਹਦੇ ਦਰਸ਼ਨ ਕਰੇਗਾ ਉਹਨੂੰ ਮਨ ਇੱਛੇ ਫਲ ਮਿਲਣਗੇ ਕਹਿਣ ਲੱਗੇ। ਹੁਣ ਗੱਲ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਬਚਨ ਦੀ ਹੈ। ਆਖੋ ਸ੍ਰੀ ਵਾਹਿਗੁਰੂ। ਗੱਲ ਤੇ ਮਹਾਰਾਜ ਦੇ ਬਚਨ ਦੀ ਹੈ। ਮਹਾਰਾਜ ਨੇ ਬਚਨ ਕਰਤਾ ਜਿਹੜਾ ਇਸ ਢਾਲ ਦੇ ਦਰਸ਼ਨ ਕਰੇਗਾ ਉਹਨੂੰ ਮਨ ਇੱਛੇ ਫਲ ਮਿਲਣਗੇ। ਫਿਰ ਤੁਸੀਂ ਅੰਦਾਜ਼ਾ ਲਾਓ, ਜੇ ਗੁਰੂ ਜੀ ਦੀ ਢਾਲ ਦੇ ਦਰਸ਼ਨਾਂ ਦਾ ਐਡਾ ਵੱਡਾ ਪ੍ਰਤਾਪ ਹੈ ਤੇ ਸਤਿਗੁਰਾਂ ਦੇ ਦਰਸ਼ਨਾਂ ਦਾ ਕਿੱਡਾ ਵੱਡਾ ਪ੍ਰਤਾਪ ਹੋਏਗਾ ਜੀ। ਮਹਾਰਾਜ ਦੇ ਦਰਸ਼ਨਾਂ ਦਾ ਕਿੰਨਾ ਵੱਡਾ ਫਲ ਹੋਏਗਾ। ਹਾਂਜੀ। ਤੀਨੋਂ ਬੈਠੇ ਭਾਨਜੇ ਦੀਨੀ ਬਹੁ ਧੀਰਾ। ਤੇ ਹੁਣ ਸਤਿਗੁਰਾਂ ਦੇ ਤਿੰਨ ਭਰਾ ਵੀ ਬੈਠੇ ਹੈ। ਗੁਰੂ ਤੇਗ ਬਹਾਦਰ ਦੇ ਭਾਣਜੇ ਬੈਠੇ ਹੈ। ਹਾਂਜੀ। ਦੋਨੋਂ ਭਰਾਤਾ ਸੁਰਗ ਗੇ ਜਿਹ ਗਤ ਬੜ ਬੀਰਾ। ਉਹਨਾਂ ਵੀ ਜੰਗ ਕੀਤਾ ਜੀ, ਉਹਨਾਂ ਨੂੰ ਵੀ ਇਨਾਮ ਦੇਣਾ। ਪਰ ਸਾਧ ਸੰਗਤ ਜੀ ਉਹਨਾਂ ਦੇ ਦੋ ਭਰਾ ਸ਼ਹੀਦ ਹੋ ਗਏ ਨੇ ਜੀ, ਬਾਬਾ ਸੰਗੋ ਸ਼ਾਹ ਜੀ, ਬਾਬਾ ਜੀਤ ਮੱਲ ਜੀ। ਮਹਾਰਾਜ ਨੇ ਉਹਨਾਂ ਨੂੰ ਧੀਰਜ ਦਿੱਤਾ, ਭਰਾ ਨੇ ਸਤਿਗੁਰੂ ਜੀ ਦੇ ਹੌਸਲਾ ਦਿੱਤਾ। ਸਫਲ ਮਰਨ ਸ਼ਤਰੀਨ ਕੋ ਰਿਪ ਮਾਰਤ ਮਰਬੋ। ਮਹਾਰਾਜ ਕਹਿੰਦੇ ਭਾਈ ਤੁਸੀਂ ਸਾਡੇ ਭਾਈ ਹੋ, ਭਰਾ ਹੋ। ਸੰਗੋ ਸ਼ਾਹ ਤੇ ਜੀਤ ਮੱਲ ਨੇ ਸਫਲ ਜ਼ਿੰਦਗੀ ਜਿਉਈ ਹੈ ਤੇ ਮੌਤ ਵੀ ਉਹਨਾਂ ਦੀ ਸਫਲ ਹੈ ਕਹਿਣ ਲੱਗੇ। ਛਤਰੀ ਧਰਮ ਨਿਭਾਇਆ ਕਹਿਣ ਲੱਗੇ। ਹਾਂਜੀ। ਕ੍ਰੋਧਿਤ ਹੋਏ ਆਗੇ ਚਲਨ ਪਗ ਪਾਸ਼ ਨ ਧਰਬੋ। ਸਤਿਗੁਰੂ ਕਹਿੰਦੇ ਜੇ ਪਿਛਾਂ ਪੈਰ ਪੁੱਟਦੇ ਨਾ ਸਾਨੂੰ ਉਹਨਾਂ ਤੇ ਮਾਣ ਨਹੀਂ ਸੀ ਹੋਣਾ। ਅੱਗੇ ਪੈਰ ਵਧਾਉਂਦਿਆਂ ਹੋਇਆਂ ਜੰਗ ਕਰਦੇ ਸ਼ਹੀਦ ਹੋਏ ਨੇ। ਫਤਿਹ ਸ਼ਾਹ ਨੇ ਪੈਰ ਪਿਛਾਂ ਪੁੱਟ ਲਏ ਨਾ, ਭੱਜ ਗਿਆ ਜੀ। ਹੋਰ ਰਾਜੇ ਭੱਜ ਗਏ ਜੀ, ਚੰਦੇਲੀਆ ਭੱਜ ਗਿਆ ਜੀ। ਹਾਂਜੀ। ਨਹੀਂ ਸੋਚਬੇ ਜੋਗ ਸੋ ਨਿਜ ਧਰਮ ਸਮੇਤਾ। ਇਸ ਕਰਕੇ ਸ਼ੋਕ ਨਾ ਕਰੋ ਤੁਸੀਂ, ਉਹ ਆਪਣੇ ਧਰਮ ਨੂੰ ਨਿਭਾ ਕੇ ਗਏ ਆ ਸਾਡੇ ਭਰਾ। ਸੁਜਸ ਹਲਤ ਮਹਿ ਪਲਤ ਸੁਖ ਥਿਤ ਦੇਵ ਨਿਕੇਤਾ। ਮਹਾਰਾਜ ਕਹਿਣ ਲੱਗੇ ਸੱਚਖੰਡ 'ਚ ਵਸ ਗਏ ਆ, ਉਹਨਾਂ ਦਾ ਰਹਿੰਦੀ ਦੁਨੀਆ ਤੱਕ ਇੱਥੇ ਵੀ ਜਸ ਰਹੇਗਾ ਤੇ ਸਤਿਗੁਰੂ ਜੀ ਕਹਿੰਦੇ ਅਗਲੇ ਲੋਕ 'ਚ ਵੀ ਜਸ ਰਹੇਗਾ ਉਹਨਾਂ ਦਾ। ਲੋਕ ਸੁਖੀਏ ਪਰਲੋਕ ਹਲਤ ਸੁਖ ਪਲਤ ਸੁਖ
ਨਿਤ ਸੁਖ ਸਿਮਰਨੋ। ਸਾਧ ਸੰਗਤ ਜੀ, ਇਸ ਰੂਹ ਦਾ ਪਤਾ ਕੋਈ ਨਹੀਂ। ਜਦੋਂ ਇਸ ਸਰੀਰ ਨੂੰ ਛੱਡ ਕੇ ਲੋਕ ਛੱਡਣਾ, ਪਰਲੋਕ 'ਚ ਜਾਣਾ, ਇਹਦੇ ਨਾਲ ਕੀ ਬੀਤਣੀ ਹੈ ਜੀ। ਇਸ ਸਰੀਰ 'ਚ ਰਹਿੰਦਿਆਂ ਇੰਨੇ ਦੁੱਖ ਨਹੀਂ ਤੇ ਹੈਗੇ, ਪਰ ਜਦੋਂ ਆਤਮਾ ਸਰੀਰ ਛੱਡ ਦਿੰਦੀ ਹੈ ਉਦੋਂ ਜ਼ਿਆਦਾ ਵੱਡੇ ਦੁੱਖ ਨੇ ਜੀ। ਬੜੇ ਬੜੇ ਦੁੱਖ ਨੇ ਜੀ। ਪ੍ਰੇਤ ਪਿੰਜਰ ਮਹਿ ਦੁਖ ਕਣੇਰੇ, ਆਗੈ ਜਮ ਦਲ ਬਿਖਮ ਘਣਾ, ਸ਼੍ਰੀ ਰਾਮ ਨਾਮਾ ਉਚਰ ਮਨਾ। ਮਹਾਰਾਜ ਕਹਿਣ ਲੱਗੇ ਲੋਕ ਪਰਲੋਕ 'ਚ ਸੁੱਖ ਮਿਲ ਗਏ ਉਹਨਾਂ ਨੂੰ। ਹਾਂਜੀ। ਦੁਰਲਭ ਪਾਵਨ ਸੁਰਗ ਕੋ ਨਹਿ ਜਸ ਕੋ ਟੀਕੋ। ਮਹਾਰਾਜ ਕਹਿਣ ਲੱਗੇ ਦੁਰਲਭ ਪਾਵਨ ਸੁਰਗ ਕੋ ਨਹਿ ਜਸ ਕੋ ਟੀਕੋ। ਆਖੋ ਸ੍ਰੀ ਵਾਹਿਗੁਰੂ। ਮਹਾਰਾਜ ਕਹਿਣ ਲੱਗੇ ਜਿਸ ਪਦਵੀ ਨੂੰ ਪ੍ਰਾਪਤ ਕਰਨਾ ਔਖਾ ਹੈ, ਸੱਚਖੰਡ ਨੂੰ ਜਾਣਾ ਔਖਾ ਹੈ, ਮਹਾਰਾਜ ਕਹਿੰਦੇ ਉਹ ਸੁੱਤੇ ਸਿੱਧ ਹੀ ਪ੍ਰਾਪਤ ਹੋ ਗਿਆ ਉਹਨਾਂ ਨੂੰ। ਮਹਾਰਾਜ ਕਹਿਣ ਲੱਗੇ ਇਹ ਕਿੱਡਾ ਵੱਡਾ ਟਿੱਕਾ ਉਹਨਾਂ ਦਾ, ਕਿੱਡੀ ਵੱਡੀ ਸਿਫਤ ਹੋ ਗਈ ਉਹਨਾਂ ਦੀ। ਹਾਂਜੀ। ਤੀਨੋਂ ਭਰਾਤਨ ਬੰਦ ਕਰ ਗੁਰ ਸੰਗ ਬਖਾਨਾ। ਤੇ ਸਾਧ ਸੰਗਤ ਜੀ 3 ਭਰਾ ਰਹਿ ਗਏ ਸੀ। ਆਖੋ ਸ੍ਰੀ ਵਾਹਿਗੁਰੂ। ਉਹਨਾਂ ਨੇ ਮਹਾਰਾਜ ਅੱਗੇ ਹੱਥ ਜੋੜੇ ਤੇ ਬੇਨਤੀ ਕੀਤੀ, ਸੁਆਮੀ ਤੁਮ ਦਵੈ ਲੋਕ ਕੇ ਬਖਸ਼ੋ ਸੁਖ ਨਾਨਾ। ਭਰਾ ਵੀ ਹੋਣ ਤੇ ਇਹੋ ਜਿਹੇ ਹੋਣ ਨਾ, ਭਰੋਸਾ ਬੜਾ ਉਹਨਾਂ ਨੂੰ। ਕਹਿੰਦੇ ਮਹਾਰਾਜ ਬਾਬਾ ਗੁਲਾਬ ਰਾਏ ਹੋਣੀ ਜੀ। ਹਾਂਜੀ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਹੈ, ਦੋਵਾਂ ਲੋਕਾਂ ਵਿੱਚ ਸੁੱਖ ਦੇਣ ਵਾਲਾ ਕੋਈ ਹੋਰ ਨਹੀਂ ਹੈਗਾ, ਤੁਸੀਂ ਹੈਗੇ ਹੋ। ਭਾਵਨਾ ਵੱਡੀ ਹੈ ਨਾ ਜੀ। ਹਾਂਜੀ। ਦੁਰਲਭ ਰਾਵਰ ਕੀ ਖੁਸ਼ੀ ਪ੍ਰਾਪਤ ਬੜ ਭਾਗੇ। ਸਭ ਤੋਂ ਵੱਡੀ ਦੁਰਲਭ ਚੀਜ਼ ਹੈਗੀ ਤੁਹਾਡੀ ਖੁਸ਼ੀ ਮਿਲਣੀ ਦੀ, ਜਿਹੜੀ ਵੱਡੇ ਭਾਗਾਂ ਨਾਲ ਮਿਲਦੀ ਹੈ। ਹਾਂਜੀ। ਜਗ ਕੇ ਹਤੋਹ ਕੋ ਬੰਦਨਾ ਤੁਮ ਪਗ ਅਨੁਰਾਗੇ। ਜੇ ਕੁਝ ਸਾਨੂੰ ਦੇਣਾ ਹੈ ਨਾ ਤੇ ਸਾਡੇ ਤੇ ਕਿਰਪਾ ਕਰੋ ਮਹਾਰਾਜ, ਸਾਡੇ ਜਗਤ ਦੇ ਬੰਧਨ ਕੱਟ ਦਿਓ। ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਇਹ ਬੰਧਨ ਹਨ। ਸਤਿਗੁਰੂ ਇਹ ਬੰਧਨ ਕੱਟ ਦਿਓ, ਸਾਡੇ ਤੇ ਕਿਰਪਾ ਕਰ ਦਿਓ। ਜਗ ਕੇ ਹਤਹੁ ਕੁਬੰਦਨਾ ਤੁਮ ਪਗ ਅਨੁਰਾਗੇ। ਤੇ ਹੇ ਬਾਜਾਂ ਵਾਲੇ ਸਤਿਗੁਰੂ, ਤੁਹਾਡੇ ਚਰਨਾਂ ਦੇ ਨਾਲ ਸਾਡਾ ਪਿਆਰ ਪੈਦਾ ਹੋ ਜਾਵੇ। ਭਰਾ ਨੇ ਮਹਾਰਾਜ ਦੇ, ਸ਼ਰਧਾ ਕਿੰਨੀ ਦੀ। ਮਹਾਰਾਜ ਆਪ ਜੀ ਦੇ ਚਰਨਾਂ ਨਾਲ ਸਾਡਾ ਪ੍ਰੇਮ ਬਣੇ। ਹਾਂਜੀ। ਕਾਹੋ ਆਪ ਸੋ ਸ਼੍ਰੇ ਹੈ ਸਭ ਜੀਵਨ ਕੇਰੀ। ਆਪ ਜੀ ਦੇ ਬਚਨਾਂ ਵਿੱਚ ਹੀ ਸਾਡੀ ਸਾਰੀ ਜ਼ਿੰਦਗੀ ਦਾ ਭਲਾ ਹੈ। ਹਾਂਜੀ। ਰਣ ਮਹਿ ਮਰਬੋ ਮਾਰਬੋ ਬੀਰਨ ਗਤ ਹੇਰੀ। ਰਣ ਵਿੱਚ ਮਾਰਨਾ ਤੇ ਜੰਗ ਵਿੱਚ ਮਰਨਾ ਇਹ ਤੇ ਮਹਾਰਾਜ ਯੋਧਿਆਂ ਦਾ ਕੰਮ ਹੈ। ਹਾਂਜੀ। ਹਮਰੇ ਸ਼ੋਕ ਨਾ ਹੋਤ ਹੈ ਆਏ ਤੁਮ ਕਾਜੇ। ਸਾਨੂੰ ਵੀ ਕੋਈ ਸ਼ੋਕ ਨਹੀਂ, ਸਾਡੇ ਵੱਡੇ ਭਰਾ ਚਲੇ ਗਏ। ਮਹਾਰਾਜ ਸਾਨੂੰ ਇਸ ਗੱਲ ਦੀ ਖੁਸ਼ੀ ਵੀ ਆਪ ਜੀ ਦੇ ਕੰਮ ਆਏ ਹੈ। ਕਿੱਡੇ ਕਮਾਲ ਦਾ ਪ੍ਰੇਮ ਹੈ। ਮਰ ਰਹੇ ਹੈ ਪਰ ਇਹ ਹੈਗਾ ਵੀ ਕੰਮ ਤੇ ਗੁਰੂ ਜੀ ਦੇ ਆ ਰਹੇ ਆ ਨਾ, ਇਸ ਗੱਲ ਦੀ ਖੁਸ਼ੀ ਹੈ। ਹਾਂਜੀ। ਦੀਨ ਦੁਨੀ ਪਤ ਸ਼ਾਹ ਹੋ ਨਿਜ ਦਾਸ ਨਿਵਾਜੇ। ਮਹਾਰਾਜ ਤੁਸੀਂ ਤਾਂ ਦੀਨ ਦੁਨੀਆ ਦੇ ਪਾਤਸ਼ਾਹ ਹੋ, ਇੱਥੇ ਵੀ ਤੁਹਾਡੀ ਚੱਲਣੀ ਹੈ। ਹੇ ਮੇਰੇ ਸਤਿਗੁਰੂ ਜੀ ਅੱਗੇ ਵੀ ਤੁਹਾਡੀ ਚੱਲਣੀ ਹੈ। ਆਓ ਪਿਆਰ ਨਾਲ ਮਹਾਰਾਜ ਦਾ ਧਿਆਨ ਧਰ ਕੇ ਪੰਕਤੀ ਗਾਓ। ਦਿਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ, ਦਿਨ ਦੁਨੀ ਦਾ ਪਾਤਸ਼ਾਹ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਨ ਦੁਨੀਆ ਦੇ ਪਾਤਸ਼ਾਹ ਹੋ ਮਹਾਰਾਜ। ਇਹ ਸਤਿਗੁਰਾਂ ਦੇ ਭਰਾ ਮਹਾਰਾਜ ਨੂੰ ਕਹਿ ਰਹੇ ਨੇ।
ਸੁਨ ਪ੍ਰਸੰਗ ਸਤ ਗੁਰ ਭਏ ਬਹੁ ਬਖਸ਼ਿਸ਼ ਦੀਨੀ। ਮਹਾਰਾਜ ਨੇ ਜਦੋਂ ਉਹਨਾਂ ਦੀਆਂ ਗੱਲਾਂ ਸੁਣੀਆਂ ਨਾ, ਵੀ ਇਹਨਾਂ ਨੇ ਢਿੱਲੀ ਗੱਲ ਨਹੀਂ ਕੀਤੀ, ਸਤਿਗੁਰਾਂ ਨੇ ਬਖਸ਼ਿਸ਼ਾਂ ਦਿੱਤੀਆਂ ਉਹਨਾਂ ਨੂੰ ਜੀ। ਹਾਂਜੀ, ਜੇਵਰ ਜਰੇ ਜਵਾਹਰਨ ਜਿਨ ਕੀ ਦੁੱਤ ਪੀਨੀ। ਸਤਿਗੁਰਾਂ ਨੇ ਬੜੇ ਕੀਮਤੀ ਮੋਤੀ ਗਹਿਣੇ, ਉਹਨਾਂ ਨੂੰ ਸੋਨਾ ਚਾਂਦੀ ਜਵਾਹਰਾਤ ਇਨਾਮ ਵਿੱਚ ਦਿੱਤੇ ਸਾਧ ਸੰਗਤ ਜੀ। ਹਾਂਜੀ, ਸਿਰੇ ਪਾਓ ਬਹੁ ਮੋਲ ਕੇ ਬੜ ਦੁਰਲਭ ਦੁਸ਼ਾਲੇ। ਬੜ ਦੁਰਲਭ ਦੁਸ਼ਾਲੇ, ਬੜੇ ਕੀਮਤੀ ਸਰੋਪੇ ਸਤਿਗੁਰਾਂ ਨੇ ਦਿੱਤੇ, ਨਾਲੇ ਦੁਸ਼ਾਲੇ ਦਿੱਤੇ ਜੀ। ਹਾਂਜੀ, ਕਹਾਂ ਕਾਹੋਂ ਧਨ ਦੀਨ ਗਨ ਲੈ ਹਰਖ ਵਿਸਾਲੇ। ਭਾਈ ਸੰਤੋਖ ਸਿੰਘ ਜੀ ਕਹਿੰਦੇ, ਗੁਰਸਿੱਖੋ ਪੰਘਾਣੀ ਦੇ ਜੰਗ ਵਿੱਚ ਜਿੰਨਾ ਜੰਗ ਲੜਿਆ, ਮਹਾਰਾਜ ਨੇ ਖੁੱਲੀ ਮਾਇਆ ਦਿੱਤੀ ਉਹਨਾਂ ਨੂੰ। ਆਖੋ ਵਾਹਿਗੁਰੂ। ਅੱਛਾ ਵੇਖੋ, ਪਠਾਨ ਜਦੋਂ ਭੱਜਣ ਲੱਗੇ ਸੀ ਤੇ ਮਹਾਰਾਜ, ਪਤਾ ਸੀ ਮਹਾਰਾਜ ਨੂੰ ਝੂਠ ਬੋਲਣ ਦਾ। ਮਹਾਰਾਜ ਕਹਿੰਦੇ, ਗੱਲ ਸੁਣੋ, ਜੰਗ ਅਸੀਂ ਜਿੱਤ ਜਾਣੀ ਹੈ, ਢਾਲਾਂ ਭਰ ਭਰ ਕੇ ਮਾਇਆ ਦੀਆਂ ਦੇਵਾਂਗੇ, ਜਾਓ ਨਾ। ਉਹ ਮੰਨੇ ਹੀ ਨਹੀਂ ਜੀ, ਹੁਣ ਮਰ ਗਏ ਜੀ ਮਹਾਰਾਜ ਦੇ ਹੱਥੋਂ ਜੀ, ਗੁਰਸਿੱਖਾਂ ਹੱਥੋਂ ਮਰੇ ਜੀ। ਮਹਾਰਾਜ ਨੇ ਖੁੱਲੀ ਮਾਇਆ ਵੰਡੀ ਜੀ, ਜਿਵੇਂ ਬਚਨ ਕੀਤਾ ਸੀ ਉਵੇਂ ਖੁੱਲੀ ਮਾਇਆ ਵੰਡੀ। ਅਰ ਅਪਰ ਸਰਬ ਜੇ ਸੂਰਮਾ ਰਨ ਲਰੇ ਵਿਸਾਲਾ। ਹੋਰ ਜਿਹੜੇ ਸੂਰਮੇ ਜੰਗ ਵਿੱਚ ਸ਼ਹੀਦ ਹੋਏ ਸਨ, ਬਖਸ਼ਿਸ਼ ਦੀਨੀ ਸਭਨ ਕੋ ਕਰ ਦਏ ਨਿਹਾਲਾ। ਪਰਲੋਕ ਦੇ ਵਿੱਚ ਤਾਂ ਸੁਖੀ ਵਸਾਤਾ ਉਹਨਾਂ ਨੂੰ, ਸੱਚਖੰਡ 'ਚ। ਹੇਠਾਂ ਧਰਤੀ ਦੇ ਉੱਤੇ ਉਹਨਾਂ ਦੇ ਘਰ ਦੇ ਜੀਆਂ ਨੂੰ ਖੁੱਲੀ ਮਾਇਆ ਦਿੱਤੀ ਮਹਾਰਾਜ ਨੇ ਜੀ। ਇੰਨੀ ਮਾਇਆ ਦਿੱਤੀ ਸਾਧ ਸੰਗਤ ਜੀ, ਤੋਟ ਨਹੀਂ ਆਉਣ ਦਿੱਤੀ ਸਤਿਗੁਰੂ ਜੀ ਨੇ। ਹਾਂਜੀ, ਮਾਨ ਆਦ ਦੇ ਦਾਨ ਬਹੁ ਹਰ ਖਾਏ ਸੋ ਬੀਰੰ। ਹਾਂਜੀ, ਪਥਮ ਲੜਾਈ ਵਿਜੈ ਕਰ ਆਨੰਦ ਗਹੀਰੰ। ਇਸ ਤਰੀਕੇ ਨਾਲ ਪਹਿਲੀ ਜੰਗ ਸੱਚੇ ਪਾਤਸ਼ਾਹ ਜੀ ਨੇ ਫਤਿਹ ਕੀਤੀ ਤੇ ਬੜਾ ਆਨੰਦ ਬਣਿਆ ਜੀ। ਹੋਤੇ ਜੋ ਕਾਤੁਰ ਲਰਨ ਤੇ ਸੇ ਬਹੁਰ ਤਿਕਾਰੇ। ਹਾਂ, ਜਿਹੜੇ ਕਾਇਰ ਯੁੱਧ ਤੋਂ ਡਰਦੇ ਸੀ ਉਹਨਾਂ ਨੂੰ ਬੜੀਆਂ ਫਿਟਕਾਰਾਂ ਵੀ ਪਈਆਂ ਜੀ। ਖੁਸ਼ੀ ਨਾ ਗੁਰ ਕੀ ਤਿਨਹੋਂ ਪਰ ਦਲ ਵਹਿਰ ਨਿਕਾਰੇ। ਉਹਨਾਂ ਨੂੰ ਕੀ ਹੋਇਆ ਜੀ? ਉਹਨਾਂ ਨੂੰ ਮਹਾਰਾਜ ਦੀਆਂ ਖੁਸ਼ੀਆਂ ਨਹੀਂ ਮਿਲੀਆਂ ਜੀ, ਉਹਨਾਂ ਨੂੰ ਬਾਹਰ ਕੱਢ ਦਿੱਤਾ ਜੀ ਫੌਜਾਂ ਚੋਂ। ਹਾਂਜੀ, ਵਿਜੈ ਗੁਰੂ ਕੀ ਦੇਸ਼ ਮੈਂ ਪਸਰੀ ਤਿਸ ਕਾਲਾ। ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਇਹ ਗੱਲ ਪ੍ਰਸਿੱਧ ਹੋ ਗਈ ਵੀ ਗੁਰੂ ਸਾਹਿਬ ਜੀ ਦੇ ਉੱਤੇ ਪਹਾੜੀਆਂ ਰਾਜਿਆਂ ਨੇ ਹਮਲਾ ਕੀਤਾ ਤੇ ਗੁਰੂ ਘਰ ਦੀ ਜਿੱਤ ਹੋਈ ਆ। ਹਤੇ ਪਹਾੜੀ ਭਾਜ ਗਏ ਕਰ ਤਰਾਸ ਵਿਸਾਲਾ। ਬਹੁਤ ਸਾਰੇ ਪਹਾੜੀਏ ਫੌਜਾਂ ਮਾਰਤੀਆਂ, ਬੜੇ ਭੱਜ ਗਏ ਡਰਦੇ। ਜਹ ਕਹਤੇ ਸੁਨ ਸੁਜਸ ਕਉ ਜਾਚਕ ਚੱਲ ਆਏ। ਜਿੱਥੋਂ ਕਿੱਥੋਂ ਨਹੀਂ, ਮਹਾਰਾਜ ਦਾ ਜਸ ਸੁਣਦਿਆਂ, ਸਿਫਤਾਂ ਸੁਣਦਿਆਂ ਸਾਧ ਸੰਗਤ ਜੀ ਲੋਕ ਫਿਰ ਪਾਉਂਟਾ ਸਾਹਿਬ ਮੇਰੇ ਗਰੀਬ ਨਵਾਜ ਸਤਿਗੁਰਾਂ ਦੇ ਦਰਸ਼ਨ ਕਰਨ ਲਈ ਆਏ ਜੀ। ਡੋਮ ਭਾਟ ਤੇ ਆਦਗਨ ਗੁਰ ਕੇ ਗੁਣ ਗਾਏ। ਭੱਟ ਡੂਮ ਸੱਚੇ ਪਾਤਸ਼ਾਹ ਜੀ ਦੀਆਂ ਸਿਫਤਾਂ ਕਰਦੇ। ਉਹ ਭਾਈ ਐਡਾ ਵੱਡਾ ਜੰਗ ਕੀਤਾ, ਇੱਕ ਦਿਨ ਵਿੱਚ ਕੀਤਾ ਤੇ ਜਿੱਤ ਪ੍ਰਾਪਤ ਕੀਤੀ ਮਹਾਰਾਜ ਨੇ। ਹਾਂਜੀ, ਕਿਤਕ ਕਵੀਸ਼ਰ ਆਏਗੇ ਰੁਚ ਰੁਚਿਰ ਕਵਿੰਤੰ। ਕਈ ਕਵੀਸ਼ਰ ਆਏ, ਮਹਾਰਾਜ ਦੀ ਸਿਫਤਾਂ ਵਿੱਚ ਕਵਿਤਾਵਾਂ ਲਿਖੀਆਂ। ਬਖਸ਼ੈ ਦਿਨ ਪ੍ਰਤ ਸਤਿਗੁਰੂ ਮਨ ਭਾਵਤ ਬਿਤੰ। ਤੇ ਮਹਾਰਾਜ ਗਰੀਬ ਨਵਾਜ ਉਹਨਾਂ ਉੱਤੇ ਬਖਸ਼ਿਸ਼ਾਂ ਕਰਦੇ ਆ, ਉਹਨਾਂ ਉੱਤੇ ਕਿਰਪਾ ਕਰਦੇ ਹਨ, ਉਹਨਾਂ ਨੂੰ ਮਾਇਆ ਬਖਸ਼ਿਸ਼ ਕਰਦੇ ਹਨ। ਭੂਖਨ ਪਾਏ ਸਵਰਨ ਕੇ ਹਾਏ ਅਦਕ ਸਜਾਵੇ। ਵੇਖੋ ਐਡੇ ਵੱਡੇ ਸਤਿਗੁਰੂ ਜਿਨ੍ਹਾਂ ਦੇ ਘੋੜੇ ਵੀ ਸੋਨੇ ਦੇ ਗਹਿਣੇ ਪਾਉਂਦੇ ਸੀਗੇ। ਘੋੜਿਆਂ ਨੂੰ ਵੀ ਸੋਨੇ ਨਾਲ ਸਜਾਇਆ ਜਾਂਦਾ ਸੀਗਾ। ਹਾਂਜੀ, ਜਿਸ ਪਰ ਹੋਏ ਪ੍ਰਸੰਨ ਗੁਰ ਤਤਕਾਲ ਦਿਵਾਵੇ। ਕਹਿਣ ਲੱਗੇ ਵੀ ਜਿਹਦੇ ਤੇ ਮਹਾਰਾਜ ਖੁਸ਼ ਹੁੰਦੇ ਸੀ ਨਾ, ਜਿਹੜਾ ਸੋਹਣੀ ਕਵਿਤਾ ਲਿਖਦਾ ਸੀ, ਮਹਾਰਾਜ ਫਿਰ ਨਾ ਘੋੜੇ ਨੂੰ ਸੋਨੇ ਨਾਲ ਸਜਵਾ ਕੇ ਉਹਨੂੰ ਬਖਸ਼ਿਸ਼ ਕਰਦੇ ਸੀਗੇ ਜੀ। ਹਾਂਜੀ, ਕਰਹਿ ਚੋਜ ਬਹੁ ਮੌਜ ਕੇ ਸਭ ਰੋਜ਼ ਗੁਸਾਈ। ਰੋਜ਼ ਸਤਿਗੁਰੂ ਚੋਜੀ ਨੇ ਨਾ, ਚੋਜੀ ਪ੍ਰੀਤਮ ਨੇ, ਮਹਾਰਾਜ ਆਪਣੀਆਂ ਮੌਜਾਂ ਵਿੱਚ ਚੋਜ ਕਰਦੇ। ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਓ। ਹਾਂਜੀ, ਚੱਲੀ ਦਾਨ ਧਾਰਾ ਮਹਾ ਕੋ ਸਕਹਿ ਗਿਨਾਈ। ਕਹਿੰਦੇ ਬੜਾ ਦਾਨ ਕੀਤਾ, ਬੜੀ ਮਾਇਆ ਵੰਡੀ ਸੱਚੇ ਪਾਤਸ਼ਾਹ ਨੇ। ਭਾਈ ਸੰਤੋਖ ਸਿੰਘ ਕਹਿੰਦੇ ਗਿਣਤੀ ਨਹੀਂ ਕੀਤੀ ਜਾ ਸਕਦੀ। ਹਾਂਜੀ,
ਦੇਸ਼ ਦੇਸ਼ ਤੇ ਸੰਗਤਾਂ ਆਵੇਂ ਗਨ ਰਾਗੀ। ਬੜੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਉਂਦੀਆਂ, ਬੜੇ ਬੜੇ ਰਾਗ ਗਾਉਣ ਵਾਲੇ ਰਾਗੀ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਂਦੇ ਜੀ। ਸ਼ਸਤਰ ਤੁਰੰਗਮ ਅਰਪਤੇ ਦਰਸਤ ਵੱਡ ਭਾਗੀ। ਸ਼ਸਤਰ ਭੇਟਾ ਕਰਦੇ, ਘੋੜੇ ਭੇਟਾ ਕਰਦੇ, ਮਹਾਰਾਜ ਦੇ ਸੋਹਣੇ ਮਹਾਨ ਮਨ ਨੂੰ ਪਵਿੱਤਰ ਕਰਨ ਵਾਲੇ ਦਰਸ਼ਨ ਕਰਦੇ। ਪੁਰਵਹਿ ਮਨ ਕੀ ਕਾਮਨਾ ਜਸ ਗਾਵਤ ਜਾਤੇ। ਸੱਚੇ ਪਾਤਸ਼ਾਹ ਉਹਨਾਂ ਦੇ ਮਨ ਦੀ ਕਾਮਨਾ ਨੂੰ ਪੂਰੀਆਂ ਕਰਦੇ ਜੀ। ਹਾਂਜੀ। ਅਧਕ ਵਧਿਓ ਪ੍ਰਤਾਪ ਤਬ ਸਿੱਖ ਜਨ ਸੁਖ ਰਾਤੇ। ਤੇ ਸੱਚੇ ਪਾਤਸ਼ਾਹ ਜੀ ਦਾ ਬੜਾ ਵੱਡਾ ਪ੍ਰਤਾਪ ਵੱਧ ਗਿਆ ਜੀ, ਬਹੁਤ ਵੱਡਾ ਪ੍ਰਤਾਪ ਵਧਿਆ ਜੀ। ਹਾਂਜੀ। ਗਾਵਹਿ ਢਾਡੀ ਵਾਰ ਕਉ ਜਸ ਕਹੈ ਬਨਾਈ। ਤੇ ਸਾਧ ਸੰਗਤ ਜੀ, ਢਾਡੀ ਤੇ ਛੇਵੇਂ ਪਾਤਸ਼ਾਹ ਦੇ ਸਮੇਂ ਆ ਗਏ ਸੀ ਨਾ ਜੀ। ਆਖੋ ਸ੍ਰੀ ਵਾਹਿਗੁਰੂ। ਫਿਰ ਪਾਉਂਟਾ ਸਾਹਿਬ ਦੀ ਜੰਗ ਦਾ ਉਸ ਸਮੇਂ ਦੇ ਢਾਡੀਆਂ ਨੇ ਵਾਰਾਂ ਬਣਾ ਕੇ ਦੁਨੀਆ ਨੂੰ ਪ੍ਰਸੰਗ ਸੁਣਾਇਆ। ਅੱਜ ਵੀ ਗੁਰੂ ਘਰ ਵਿੱਚ ਢਾਡੀ ਸਿੰਘ ਜਿਹੜੇ ਆ ਨਾ, ਉਹ ਫਿਰ ਭੰਗਾਣੀ ਦਾ ਜੰਗ ਜਦੋਂ ਸੁਣਾਉਂਦੇ ਆ ਤੇ ਫਿਰ ਲੋਕ ਸੰਗਤਾਂ ਬੜੇ ਪਿਆਰ ਨਾਲ ਸੁਣਦੇ ਆ। ਸਾਨੂੰ ਪਤਾ ਹੀ ਨਹੀਂ ਹੁੰਦਾ, ਮਾਫ ਕਰਿਓ। ਜਦੋਂ ਢਾਡੀ ਸਿੰਘਾਂ ਨੂੰ ਕਿਤੇ ਸੱਦਣਾ ਪਵੇ ਤਾਂ ਉਹਨਾਂ ਨੂੰ ਕਿਹਾ ਕਰੋ ਵੀ ਫਲਾਣੀ ਜੰਗ ਸੁਣਾਓ ਭਾਈ ਸਾਨੂੰ, ਕਿਉਂਕਿ ਉਹਨਾਂ ਦਾ ਕਾਰਜ ਹੈ ਨਾ। ਗਾਵਹਿ ਢਾਡੀ ਵਾਰ ਕੋ ਜਸ ਕਹੈ ਬਨਾਈ। ਉਸ ਸਮੇਂ ਵੀ ਤੇ ਹੁਣ ਵੀ ਕਹਿੰਦੇ ਉਦੋਂ ਢਾਡੀਆਂ ਨੇ ਫਿਰ ਭੰਗਾਣੀ ਦੇ ਜੰਗ ਨੂੰ ਵਰਣਨ ਕੀਤਾ ਵਾਰਾਂ ਵਿੱਚ ਜੀ। ਤੇ ਫਿਰ ਕੀ ਗਾਉਂਦੇ ਸੀਗੇ ਜੀ, ਉੱਚੀ ਉੱਚੀ ਗਾਉਂਦੇ ਸੀਗੇ ਜੀ। ਹਾਂਜੀ। ਸੁਨਤ ਹੋਤ ਉਤਸ਼ਾਹ ਔਰ ਭਟ ਬੈਠੇ ਆਈ। ਤੇ ਸੰਗਤਾਂ ਫਿਰ ਬੜੇ ਉਤਸ਼ਾਹ ਨਾਲ ਆ ਕੇ ਬੈਠ ਕੇ ਸੁਣਦੀਆਂ। ਉਸ ਸਮੇਂ ਵੀ ਸੁਣਦੀਆਂ ਸੀ, ਹੁਣ ਵੀ ਸੁਣਦੀਆਂ ਨੇ ਜੀ। ਢਾਡੀਆਂ ਦੀ ਜਿਹੜੀ ਕਲਾ ਹੈ ਨਾ, ਕਿਤੇ ਛੋਟੀ ਨਹੀਂ ਹੈਗੀ। ਆਂਦਰਾਂ ਖਿੱਚੀਆਂ ਜਾਂਦੀਆਂ ਜੀ ਜਿਵੇਂ ਗਾਉਂਦੇ ਜੀ। ਉਹ ਇੰਨੇ ਉੱਚੀ ਗਾਉਣਾ ਜੀ ਸੌਖਾ ਕੰਮ ਥੋੜ੍ਹੀ ਹੈਗਾ ਜੀ। ਹਾਂਜੀ। ਮਾਰ ਬਕਾਰਾ ਬਹੁ ਕਰੈ ਸਤਿਗੁਰ ਨ ਸੁਨਾਵੈ। ਹਾਂ, ਫਿਰ ਕਹਿੰਦੇ ਲਲਕਾਰੇ ਮਾਰ ਮਾਰ ਕੇ, ਬਕਾਰੇ ਕਰ ਕਰਕੇ ਜੀ, ਜਕਾਰੇ ਲਾ ਲਾ ਕੇ ਸਤਿਗੁਰਾਂ ਨੂੰ ਸੁਣਾਉਂਦੇ ਹਨ। ਲੁੱਟ ਹੈ ਅਬ ਸ਼੍ਰੀ ਨਗਰ ਕਉ ਸ਼੍ਰੀ ਮੁਖ ਫਰਮਾਵੈ। ਆਖੋ ਸ੍ਰੀ ਵਾਹਿਗੁਰੂ। ਫਿਰ ਆਖੋ ਸਾਰੇ ਵਾਹਿਗੁਰੂ। ਸ਼੍ਰੀਨਗਰ ਦੇ ਰਾਜੇ ਨੇ ਸੱਦਿਆ ਸੀ, ਪਰ ਸ਼੍ਰੀਨਗਰ ਦਾ ਰਾਜਾ ਮੇਦਨੀ ਪ੍ਰਕਾਸ਼, ਵਾਹਿਗੁਰੂ, ਫਤਿਹ ਸ਼ਾਹ, ਆਖੋ ਸ੍ਰੀ ਵਾਹਿਗੁਰੂ। ਫਤਿਹ ਸ਼ਾਹ ਰਾਜਾ ਸ਼੍ਰੀਨਗਰ ਦਾ। ਹਾਂਜੀ। ਨਾਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਸੱਦਿਆ ਸੀ, ਪਰ ਫਤਿਹ ਸ਼ਾਹ ਰਾਜਾ ਸ਼੍ਰੀਨਗਰ ਦਾ ਉਹਨੇ ਸੱਦਿਆ ਸੀ। ਵਾਹਿਗੁਰੂ। ਉਹ ਮਹਾਰਾਜ ਦੇ ਚਰਨਾਂ 'ਚ ਆਇਆ ਜੀ। ਪਹਿਲਾਂ ਸਿੱਖ ਬਣਿਆ, ਮੁੜ ਜੰਗ ਲੜਨ ਵਾਸਤੇ ਆਇਆ, ਫੌਜਾਂ ਲੈ ਕੇ ਆਇਆ। ਤੇ ਮਹਾਰਾਜ ਨੇ ਹੁਣ ਇੱਕ ਦਿਨ ਬਚਨ ਕੀਤਾ ਸਹਿਜ ਸੁਭਾਏ। ਮਹਾਰਾਜ ਕਹਿੰਦੇ ਲੂਟਾਂ ਅਬ ਸ਼੍ਰੀਨਗਰ ਕੋ। ਆਖੋ ਸ੍ਰੀ ਵਾਹਿਗੁਰੂ। ਹੁਣ ਭਾਈ ਸ਼੍ਰੀਨਗਰ ਨੂੰ ਲੁੱਟਾਂਗੇ, ਬਚਨ ਕਰਤਾ। ਉਹ ਗੁਰਸਿੱਖਾਂ ਦੇ ਗੱਲ ਹੀ ਫੜ ਲਈ ਜੀ। ਸ਼੍ਰੀਨਗਰ ਨੂੰ ਲੁੱਟਾਂਗੇ, ਸ਼੍ਰੀਨਗਰ ਨੂੰ ਲੁੱਟਾਂਗੇ, ਸ਼੍ਰੀਨਗਰ ਨੂੰ ਲੁੱਟਾਂਗੇ। ਉਹ ਜਿਹੜਾ ਸਿੱਖ ਮਹਾਰਾਜ ਦੀਆਂ ਫੌਜਾਂ ਦਾ, ਹਾਂ ਭਾਈ ਹੁਣ ਕੀ ਕਰਨਾ? ਕਹਿੰਦਾ ਹੁਣ ਕੀ ਕਰਨਾ? ਹੁਣ ਸ਼੍ਰੀਨਗਰ ਨੂੰ ਲੁੱਟਣਾ ਹੈ। ਉਹਨੇ ਚੰਗਾ ਨਹੀਂ ਕੀਤਾ ਸ਼੍ਰੀਨਗਰੀਏ ਨੇ। ਹਾਂਜੀ। ਫਤਿਹ ਸ਼ਾਹ ਕੋ ਪਕੜ ਕੇ ਪ੍ਰਭ ਚਰਨੀ ਉਹ ਪਾਵੈ। ਗੁਰਸਿੱਖ ਕਹਿੰਦੇ ਹੁਣ ਫਤਿਹ ਸ਼ਾਹ ਨੂੰ ਫੜਨਾ ਤੇ ਮਹਾਰਾਜ ਦੇ ਚਰਨਾਂ 'ਚ ਪਾਵਾਂਗੇ। ਉਹਦੀ ਇੰਨੀ ਜੁਰਤ, ਸਾਡੇ ਸਤਿਗੁਰੂ ਜੀ ਉੱਤੇ ਹਮਲਾ ਕੀਤਾ। 22 ਧਾਰ ਪਹਾੜ ਕੀ ਜੀਤੈ ਫਿਰ ਆਵੈ। ਫਿਰ ਕਹਿਣ ਲੱਗੇ 22 ਧਾਰ ਪਹਾੜੀਆਂ ਨੂੰ ਜਿੱਤ ਲੈਣਾ, ਜਿੱਤ ਲੈਣਾ 22 ਧਾਰ ਪਹਾੜੀ ਰਾਜਿਆਂ ਨੂੰ। ਸ਼ੀਨਹਿ ਤੁਰਕਨ ਰਾਜ ਕਉ ਨੀਹਲ ਸਭ ਦੇਸ਼ਾ। ਵੇਖੋ ਕਿੰਨੀ ਮਹਾਰਾਜ ਨੇ ਫੁਰਤੀ ਭਰਤੀ। ਇਹ ਉਹ ਲੋਕ ਬੋਲਦੇ ਆ ਸਾਧ ਸੰਗਤ ਜੀ ਜਿਹੜੇ ਇਹ ਕਹਿੰਦੇ ਸੀਗੇ ਕਾਮ ਹਮਾਰਾ ਤੋਲਣ ਤਕੜੀ, ਨੰਗੀ ਕਰਦ ਕਦੇ ਨਹੀਂ ਪਕੜੀ, ਚਿੜੀ ਉਡੇ ਤੇ ਹਮ ਡਰ ਜਾਏ, ਦੁਸ਼ਮਨ ਸੇ ਕੈਸੇ ਲੜ ਪਾਏ। ਉਹ ਲੋਕ ਜਿਹੜੇ ਕਿਸੇ ਨਾਲ ਲੜ ਨਹੀਂ ਸਕਦੇ, ਅੱਜ ਸਤਿਗੁਰਾਂ ਨੇ ਰਹਿਮਤਾਂ ਕਰ ਦਿੱਤੀਆਂ ਜੀ। ਅਜੇ ਅੰਮ੍ਰਿਤ ਨਹੀਂ ਛਕਾਇਆ ਉਦੋਂ ਜੀ। ਅੰਮ੍ਰਿਤ ਸੰਚਾਰ ਹੋਣ ਤੋਂ ਪਹਿਲਾਂ ਜੰਗ ਹੋ ਗਈ ਭੰਗਾਣੀ ਦੀ, ਉਦੋਂ ਹੀ ਇੰਨੀ ਫੁਰਤੀ ਭਰ ਦਿੱਤੀ, ਸਪਿਰਿਟ ਭਰ ਦਿੱਤੇ। ਉਹ ਕਹਿੰਦੇ 22 ਧਾਰ ਦੇ ਰਾਜਿਆਂ ਨੂੰ ਮਾਰਾਂਗੇ।
ਸੌਖਾ ਕੰਮ ਸੀਗਾ ਜੀ, ਬੜਾ ਔਖਾ ਕੰਮ ਹੈ। ਛੀਨਹਿ ਤੁਰਕਨ ਰਾਜ ਕਉ ਨੀਹਲ ਸਭ ਦੇਸ਼ਾ। ਉਦੋਂ ਹੀ ਗੁਰੂ ਕੇ ਸਿੱਖਾਂ ਨੇ ਬਚਨ ਕਰਨੇ ਸ਼ੁਰੂ ਕਰ ਦਿੱਤੇ, ਇਹ ਤੁਰਕਾਂ ਦਾ ਰਾਜ ਖੋਹ ਲੈਣਾ ਅਸੀਂ, ਮੰਗਣਾ ਨਹੀਂ, ਖੋਣਾ ਹੈ। ਤੇ ਨਾਲ ਕਿਹਾ ਇਹਨਾਂ ਸਾਰੇ ਇਲਾਕਿਆਂ ਨੂੰ ਜਿੱਤ ਲੈਣਾ ਅਸਾਂ। ਹਾਂਜੀ। ਜਿਣ ਹੈ ਬੁਰੀਆ ਦਾਮਲਾ ਪੁਰ ਨਗਰ ਵਿਸ਼ੇਸ਼ਾ। ਆ ਬੂੜੀਆ, ਦਾਮਲਾ, ਹੋਰ ਸਾਰੇ ਇਲਾਕੇ ਜਿੱਤ ਲੈਣੇ। ਦਾਮਲਾ ਪਿੰਡ ਉਹ ਸੀਗਾ ਜਿੱਥੇ ਇਹ ਗਦਾਰ ਪਠਾਨ ਰਹਿੰਦੇ ਸੀਗੇ ਜੀ, ਜਿਨ੍ਹਾਂ ਨੂੰ ਪੀਰ ਬੁੱਧੂ ਸ਼ਾਹ ਜੀ ਨੇ ਨੌਕਰੀ ਰਖਾਇਆ ਸੀ। ਸਮੇਂ ਨਾਲ ਉਹ ਫਿਰ ਗਏ, ਮਹਾਰਾਜ ਤੇ ਹਮਲਾ ਕੀਤਾ। ਦਾਮਲੇ ਪਿੰਡ 'ਚ ਰਹਿੰਦੇ ਸੀ ਜੀ ਉਹ। ਕਹਿੰਦੇ ਦਾਮਲਾ ਨਹੀਂ ਛੱਡਣਾ, ਦਾਮਲਾ ਆਪਾਂ ਛੀਨ ਲੈਣਾ ਹੈ। ਹਾਂਜੀ। ਪੁੰਨ ਲਾਹੌਰ ਕਉ ਲੂਟ ਕਰ ਦਿੱਲੀ ਹਮ ਜਾਵੇ। ਫਿਰ ਕਮਾਲ ਦੀਆਂ ਗੱਲਾਂ। ਉਹ ਲੋਕ ਜਿਹੜੇ ਚੂੰ ਨਹੀਂ ਸੀ ਕਰਦੇ, ਅੱਜ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਹੋ ਗਈਆਂ, ਇੰਨੀ ਨਿਰਭੈਤਾ ਆ ਗਈ। ਕਹਿੰਦੇ ਫਿਰ ਅਸੀਂ ਲਾਹੌਰ ਵੱਲ ਹੋ ਜਾਣਾ, ਲਾਹੌਰ ਲੁੱਟ ਲੈਣਾ, ਤੇ ਲਾਹੌਰ ਲੁੱਟ ਕੇ ਦਿੱਲੀ ਜਾਵਾਂਗੇ। ਪਾਏ ਠੌਰ ਤੁਰਕਾਨਪੁਰ ਰਨ ਕਰ ਕਰ ਘਾਵੇ। ਤੇ ਫਿਰ ਕੀ ਕਰਨਾ ਹੈ? ਕਹਿਣ ਲੱਗੇ ਉੱਥੇ ਯੁੱਧ ਕਰਾਂਗੇ, ਆਪਣੇ ਟਿਕਾਣੇ ਬਣਾਵਾਂਗੇ। ਦਿੱਲੀ 'ਚ ਕਿਉਂ ਨਹੀਂ ਕਰਨਾ ਜੀ? ਦਿੱਲੀ ਕਿਉਂ ਨਹੀਂ ਜਾਣਾ? ਦਿੱਲੀ ਤੇ ਦੁਸ਼ਟਾਂ ਨੇ ਸਾਡੇ ਸਤਿਗੁਰੂ ਜੀ ਦਾ ਸੀਸ ਲਾਇਆ ਸੀਗਾ ਜੀ। ਦਿੱਲੀ ਤੇ ਰੜਕਦੀ ਸੀ ਗੁਰਸਿੱਖਾਂ ਨੂੰ। ਹਾਂਜੀ। ਹੁਕਮ ਨਾ ਕਰੋ ਜਦੂਰ ਕਉ ਤਉ ਇਤਿਕ ਦੇਸ਼ਾ। ਜੇ ਮਹਾਰਾਜ ਦੂਰ ਦਾ ਹੁਕਮ ਨਾ ਕਰਨ ਤੇ ਜਿੰਨਾ ਕਿ ਸਿੱਖ ਕਹਿੰਦੇ ਇਲਾਕਾ ਗਿਣਿਆ, ਇਹ ਤਾਂ ਆਪਾਂ ਕੈਦ, ਵਾਹਿਗੁਰੂ ਇਹਦੇ ਤੇ ਕਬਜ਼ਾ ਕਰਾਂਗੇ। ਹਾਂਜੀ। ਆਨੰਦਪੁਰ ਲਗ ਪਾਵਟਾ ਇੱਕ ਰਾਜ ਅਸ਼ੇਸ਼ਾ। ਤੇ ਜੇ ਦਿੱਲੀ ਤੋਂ ਲਾਹੌਰ ਵਾਲ ਪਾਸੇ ਵੀ ਮਹਾਰਾਜ ਅਜੇ ਨਾ ਜਾਣ ਦੇਣ, ਪਾਉਂਟੇ ਤੋਂ ਆਨੰਦਪੁਰ ਤੱਕ ਤੇ ਜ਼ਰੂਰ ਰਾਜ ਕਾਇਮ ਕਰ ਦੇਣਾ। ਆਖੋ ਸ੍ਰੀ ਵਾਹਿਗੁਰੂ। ਅਜੇ ਪਹਿਲੀ ਜੰਗ ਹੋਈ ਜੇ ਤੇ ਰਾਜ ਕਾਇਮ ਕਰਨ ਦੀਆਂ ਗੁਰਸਿੱਖ ਗੱਲਾਂ ਕਰਨ ਲੱਗ ਪਏ ਜੀ। ਸੋ ਸੱਚੇ ਪਾਤਸ਼ਾਹ ਗਰੀਬ ਨਵਾਜ ਕੀ ਕਿਰਪਾ ਕਰਦੇ ਹਨ, ਬਖਸ਼ਿਸ਼ ਕਰਦੇ ਹਨ। ਹੁਣ ਮਹਾਰਾਜ ਨੇ ਆਪਣੇ ਆਨੰਦਪੁਰ ਨੂੰ ਆ ਜਾਣਾ ਜੀ। ਪਾਉਂਟਾ ਸਾਹਿਬ ਤੋਂ ਭੰਗਾਣੀ ਦੀ ਜੰਗ ਜਿੱਤੀ। ਜੰਗ ਜਿੱਤਣ ਦੀ ਆਪ ਜੀ ਨੂੰ ਵਧਾਈ ਹੋਵੇ ਜੀ। ਰਣੰ ਜੀਤ ਆਏ ਜਯੰ ਗੀਤ ਗਾਏ। ਮਹਾਰਾਜ ਨੇ ਜੰਗ ਜਿੱਤੀ ਹੈ ਤੇ ਖੁਸ਼ੀ ਵਿੱਚ ਸ਼ਬਦ ਉਚਾਰੇ ਸੀ, ਭਾਈ ਜੀਤ ਮੇਰੀ ਕਿਰਪਾ ਕਾਲ ਕੇਰੀ। ਉਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੋਣਾ, ਉਹ ਵੀ ਪ੍ਰਸੰਗ ਆਏਗਾ। ਸੋ ਮਹਾਰਾਜ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਆਓ ਸਾਰੀਆਂ ਸੰਗਤਾਂ ਪ੍ਰੇਮ ਨਾਲ ਜਪੋ ਜੀ, ਵਾਹਿਗੁਰੂ 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 ਬਖਸ਼ ਵਾਹਿਗੁਰੂ 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 ਵਾਹਿਗੁਰੂ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਸ਼ ਕਰਨੀ। ਸਾਰੀਆਂ ਸੰਗਤਾਂ ਪਿਆਰ ਨਾਲ ਗੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।